हाँ जी प्यारे साथी सत श्री अकाल साਰਿਆਂ ਨੂੰ। ਤੇ ਸਭ ਤੋਂ ਪਹਿਲਾਂ ਤੇ ਕਲਾਸ 'ਚ ਆਉਣ ਸਾਰੀ ਲਾਈਕ ਦਾ ਬਟਨ ਪ੍ਰੈਸ ਕਰਿਆ ਕਰੋ। ਠੀਕ ਹੈ, ਆਪਾਂ ਕਰਦੇ ਪਏ ਸੀ 8ਵੀਂ ਕਲਾਸ ਦੀ ਜਿਓਗ੍ਰਾਫੀ, ਜਿਹਦੇ ਵਿੱਚ ਆਪਾਂ ਤੀਜਾ ਚੈਪਟਰ ਸਟਾਰਟ ਕੀਤਾ ਸੀ। ਇਸ ਤੋਂ ਪਹਿਲਾਂ ਆਪਾਂ ਕਰ ਚੁੱਕੇ ਹਾਂ ਤੀਜਾ ਜਿਹੜਾ ਆਪਣਾ ਚੈਪਟਰ ਆ, ਉਹਦੇ ਵਿੱਚ ਆਪਾਂ ਪੜ੍ਹੀਆਂ ਸੀਗੀਆਂ ਖੇਤੀਬਾੜੀ ਦੀਆਂ ਕਿਸਮਾਂ, ਜਿਹਦੇ ਵਿੱਚ ਆਪਾਂ ਦੋਨੋਂ ਬੁੱਕਸ ਤੋਂ ਕੀਤਾ ਸੀ, ਛੱਡਿਆ ਕੁਛ ਨਹੀਂ ਸੀ। ਇਹਦੇ ਤੋਂ ਵੀ ਕੀਤਾ ਸੀ, ਇਹਦੇ ਤੋਂ ਵੀ ਕੀਤਾ ਸੀ, ਪੂਰਾ ਐਨਾਲਿਸਿਸ ਕਰਕੇ। ਸੋ ਇਸੇ ਹੀ ਚੈਪਟਰ ਦਾ ਸਾਡਾ ਅਗਲਾ ਪਾਰਟ ਹੈ। ਇਸ ਤੋਂ ਪਹਿਲਾਂ ਆਪਾਂ ਖੇਤੀਬਾੜੀ ਦੀਆਂ ਕਿਸਮਾਂ ਕੀਤੀਆਂ, ਹੁਣ ਆਪਾਂ ਕਰਾਂਗੇ ਕੁਝ ਫਸਲਾਂ ਦੀਆਂ ਅਲੱਗ-ਅਲੱਗ ਕਿਸਮਾਂ ਤੇ ਕਿਹੜਾ ਕਿਹੜਾ ਦੇਸ਼ ਕਿਹੜੀ ਕਿਹੜੀ ਪੈਦਾਵਾਰ ਦੇ ਵਿੱਚ ਅੱਗੇ ਆ। ਇੱਥੋਂ ਸਾਨੂੰ ਬਹੁਤ ਹੀ ਜ਼ਿਆਦਾ ਕੁਐਸਚਨ ਜਿਹੜੇ ਪੁੱਛੇ ਜਾਂਦੇ ਆ। ਸੋ ਦੋਨੋਂ ਬੁੱਕਸ ਤੋਂ ਕਰਨਾ ਵਾ। ਸੋ ਇਸੇ ਹੀ ਕਰਕੇ ਆਪਾਂ ਕੀ ਕੀਤਾ, ਆਪਾਂ ਇੱਕ ਸਾਈਡ ਤੇ ਲਿਖ ਲਿਆ ਵੀ ਸਭ ਤੋਂ ਪਹਿਲਾਂ ਆਪਾਂ ਚਾਵਲ ਦੀ ਗੱਲ ਕਰਾਂਗੇ, ਜਿਹਦੇ ਵਿੱਚ ਆਪਾਂ ਇੱਕ ਸਾਈਡ ਤੇ ਲਿਖਾਂਗੇ ਵੀ NCERT ਵਾਲੇ ਕੀ ਕਹਿੰਦੇ ਆ। ਠੀਕ ਹੈ, ਫਿਰ ਆਪਾਂ ਕਰਾਂਗੇ ਵੀ ਸਾਡੇ ਪੰਜਾਬ ਬੋਰਡ ਵਾਲੇ SCERT ਵਾਲੇ ਕੀ ਕਹਿੰਦੇ ਆ। ਠੀਕ ਆ, ਜਦੋਂ ਚਾਵਲਾਂ ਦੀ ਗੱਲ ਕਰਦੇ ਆ ਤੇ ਚਾਵਲ ਕਹਿੰਦੇ ਆ ਵੀ ਪ੍ਰਮੁੱਖ ਖਾਦ ਫਸਲ ਆ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਨਾ ਖਾਦ ਫਸਲਾਂ ਦਾ ਵੀ ਪਤਾ ਹੋਣਾ ਚਾਹੀਦਾ ਵੀ ਕਿਹੜੀ ਖਾਦ ਫਸਲ ਆ ਤੇ ਕਿਹੜੀ ਖਾਦ ਫਸਲ ਨਹੀਂ ਆ। ਇਹਦੇ ਬਾਰੇ ਵੀ ਮੈਂ ਤੁਹਾਨੂੰ ਦੱਸੂਗੀ। ਠੀਕ ਆ, ਉਸ ਤੋਂ ਬਾਅਦ NCERT ਵਾਲੇ ਜਿਹੜੇ ਆ ਇਹ ਕਹਿੰਦੇ ਆ ਵੀ ਜਿਹੜਾ ਚਾਵਲਾਂ ਦਾ ਖੇਤਰ ਆ, ਜਿੱਥੇ ਚਾਵਲ ਪੈਦਾ ਕੀਤੇ ਜਾਂਦੇ ਆ, ਉਪ ਊਸ਼ਣ ਅਤੇ ਊਸ਼ਣ ਕਟਿਬੰਧੀ ਖੇਤਰਾਂ ਦਾ ਆਹਾਰ ਆ ਮੁੱਖ। ਕੀ ਵੀ ਜਿਹੜਾ ਚਾਵਲ ਆ, ਜਿਹੜੇ ਉਪ ਊਸ਼ਣ ਤੇ ਊਸ਼ਣ ਕਟਿਬੰਧੀ ਖੇਤਰ ਆ, ਇੱਥੋਂ ਦਾ ਮੁੱਖ ਆਹਾਰ ਮੰਨਿਆ ਜਾਂਦਾ ਵਾ ਚਾਵਲ। ਉਸ ਤੋਂ ਬਾਅਦ ਮੌਸਮ ਦੀ ਗੱਲ ਆਉਂਦੀ ਆ, ਕਲਾਈਮੇਟ ਦੀ ਗੱਲ ਆਉਂਦੀ ਆ ਵੀ ਚਾਵਲ ਪੈਦਾ ਕਰਨ ਲਈ ਕਿਸ ਤਰ੍ਹਾਂ ਦਾ ਕਲਾਈਮੇਟ ਹੋਣਾ ਚਾਹੀਦਾ ਆ। ਠੀਕ ਆ, ਦੇਖੋ NCERT ਵਾਲੇ ਸਾਨੂੰ ਕਹਿੰਦੇ ਆ ਵੀ ਉੱਚ ਤਾਪਮਾਨ। ਉੱਚ ਤਾਪਮਾਨ ਦਾ ਮਤਲਬ ਕੀ ਹੋ ਗਿਆ, ਮਤਲਬ ਜਿਹਨੂੰ ਸਾਡੇ ਵਾਲੇ ਕਹਿੰਦੇ ਗਰਮੀ, ਗਰਮ ਰੁੱਤ ਚਾਹੀਦੀ ਹੈ, ਨਮੀ ਅਤੇ ਵਰਖਾ। ਠੀਕ ਹੈ, ਤਰ ਖੇਤਰ ਕਹਿ ਦਿੰਦੇ ਜਿਹਨੂੰ ਆਪਾਂ। ਇਹਦੀ ਜ਼ਰੂਰਤ ਪੈਂਦੀ ਆ ਜਦੋਂ ਅਸੀਂ ਚਾਵਲ ਉਗਾਉਣਾ ਹੋਵੇ। ਜਿੱਦਾਂ ਹੁਣ ਸਰਦੀ ਆ, ਕਣਕ ਬੀਜੀ ਆ, ਗਰਮੀ ਆਊਗੀ ਝੋਨਾ ਬੀਜਾਂਗੇ, ਕਿਉਂਕਿ ਗਰਮ ਤਾਪਮਾਨ ਦੀ ਜ਼ਰੂਰਤ ਪੈਂਦੀ ਆ। ਕਲੀਅਰ। ਉਸ ਤੋਂ ਬਾਅਦ ਜਿਹੜੀ ਮਿੱਟੀ ਆ, ਇਹ ਜਲੋੜ ਮਿੱਟੀ ਦੀ ਗੱਲ ਕਰਦੇ ਆ। ਠੀਕ ਹੈ, NCERT ਵਾਲੇ ਕੱਲੀ ਜਲੋੜ ਮਿੱਟੀ ਦੀ ਗੱਲ ਕਰਦੇ ਆ ਵੀ ਚਾਵਲ ਪੈਦਾ ਕਰਨ ਲਈ ਕਿਹੜੀ ਮਿੱਟੀ ਸਭ ਤੋਂ ਉਪਯੋਗੀ ਹੈ, ਜਲੋੜ ਮਿੱਟੀ ਆ। ਪਰ ਜਿਹੜੇ ਸਾਡੇ SCERT ਵਾਲੇ ਆ, ਇਹ ਜਲੋੜ ਮਿੱਟੀ ਤੋਂ ਇਲਾਵਾ ਚੀਕਣੀ, ਠੀਕ ਹੈ ਮੈਂ ਇੱਥੇ ਲਿਖ ਦਿੰਨੀ ਆ, ਇਹ ਚੀਕਣੀ ਮਿੱਟੀ ਦੀ ਗੱਲ ਕਰਦੇ ਆ। ਇਹ ਕਹਿੰਦੇ ਚੀਕਣੀ ਮਿੱਟੀ, ਦੋਮਟ ਮਿੱਟੀ ਤੇ ਡੈਲਟਾਈ ਮਿੱਟੀ। ਡੈਲਟਾਈ ਮਿੱਟੀ, ਜਲੋੜ ਮਿੱਟੀ ਦੀ ਵੀ ਗੱਲ ਇਹ ਕਰਦੇ ਆ। ਜਾਨੀ ਕਿ ਜਦੋਂ ਅਸੀਂ ਪੰਜਾਬ ਬੋਰਡ ਦੀ ਬੁੱਕਸ ਦੀ ਗੱਲ ਕਰਦੇ ਆ, ਇਹ 4 ਤਰ੍ਹਾਂ ਦੀ ਮਿੱਟੀ ਦੀ ਗੱਲ ਕਰਦੇ ਆ ਚਾਵਲ ਦੀ ਖੇਤੀ ਲਈ। ਜਲੋੜ ਮਿੱਟੀ ਵੀ, ਚੀਕਣੀ ਵੀ, ਦੋਮਟ ਵੀ ਤੇ ਡੈਲਟਾਈ ਵੀ। ਕਲੀਅਰ। ਪਰ ਜਿਹੜੇ NCERT ਵਾਲੇ ਆ, ਇਹ ਕਿਹਦੀ ਗੱਲ ਕਰਦੇ, ਸਿਰਫ ਤੇ ਸਿਰਫ ਜਲੋੜ ਮਿੱਟੀ ਦੀ ਗੱਲ ਕਰਦੇ ਆ। ਇਹ ਕਹਿੰਦੇ ਜਲੋੜ ਮਿੱਟੀ ਹੀ ਪ੍ਰਮੁੱਖ ਤੌਰ ਤੇ ਜਿਹੜੀ ਆ ਚਾਵਲ ਦੀ ਖੇਤੀ ਕਰਨ ਲਈ ਉਪਯੋਗੀ ਆ। ਕਲੀਅਰ। ਦੋਨੋਂ ਹੀ ਤਰੀਕੇ ਦੇ ਨਾਲ ਯਾਦ ਰੱਖਣਾ। ਮੈਂ ਇੱਕ ਵਾਰੀ ਫੇਰ ਕਹਿੰਦੀ ਆ ਵੀ ਕਲਾਸ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਵੀ ਏਦਾਂ ਦਾ ਹੀ ਪੰਜਾਬ ਦੇ ਵਿੱਚੋਂ, ਕਿਸੇ ਹੋਰ ਸਟੇਟ ਦਾ ਮੈਨੂੰ ਨਹੀਂ ਪਤਾ, ਪਰ ਪੰਜਾਬ ਦੇ ਵਿੱਚੋਂ ਸ਼ਾਇਦ ਹੀ ਕੋਈ ਏਦਾਂ ਦੀ ਵੀਡੀਓ YouTube ਤੇ ਕੋਈ ਕਿਸੇ ਟੀਚਰ ਵੱਲੋਂ ਤੁਹਾਨੂੰ ਮਿਲੂਗੀ, ਪੰਜਾਬ ਦੇ ਟੀਚਰ ਵੱਲੋਂ, ਜੋ ਤੁਹਾਨੂੰ NCERT ਤੋਂ ਤੇ ਪੰਜਾਬ ਬੋਰਡ ਤੋਂ ਦੋਨੋਂ ਤੋਂ ਐਨਾਲਿਸਿਸ ਕਰਕੇ ਕਰਵਾ ਰਿਹਾ ਹੋਵੇ। ਸੋ ਇਹ ਤੁਹਾਡਾ ਫਰਜ਼ ਬਣਦਾ ਵਾ ਕਿ ਕਲਾਸ ਨੂੰ ਸ਼ੇਅਰ ਕਰਿਆ ਕਰੋ ਤੇ ਲਾਈਕ ਤੇ ਆਉਣ ਸਾਰੀ ਕਰਨਾ ਵਾ ਤੇ ਕਮੈਂਟ ਕਰਕੇ ਵੀ ਜ਼ਰੂਰ ਐਪਰੀਸ਼ੀਏਟ ਕਰਿਆ ਕਰੋ। ਠੀਕ ਆ, ਹੁਣ ਜਦੋਂ ਗੱਲ ਆਉਂਦੀ ਆ ਵੀ ਉੱਚ ਤਾਪਮਾਨ ਚਾਹੀਦਾ ਵਾ, ਗਰਮੀ ਰੁੱਤ ਵਿੱਚ ਇਹ ਪੈਦਾ ਕੀਤਾ ਜਾਂਦਾ ਵਾ। ਯਾਦ ਰੱਖਿਓ, ਜੇ ਤਾਪਮਾਨ ਪੂਰਾ ਤੁਹਾਨੂੰ ਪੁੱਛ ਹੀ ਲੈਣ ਵੀ ਕਿੰਨਾ ਤਾਪਮਾਨ ਚਾਹੀਦਾ ਵਾ, 20 ਡਿਗਰੀ ਸੈਲਸੀਅਸ ਤੋਂ ਲੈ ਕੇ 30 ਡਿਗਰੀ ਸੈਲਸੀਅਸ ਤਾਪਮਾਨ। ਠੀਕ ਹੈ, ਇੰਨਾ ਤਾਪਮਾਨ ਚਾਹੀਦਾ ਵਾ। ਤੇ ਆਹ 4 ਤਰ੍ਹਾਂ ਦੀਆਂ ਮਿੱਟੀਆਂ ਤੁਸੀਂ ਯਾਦ ਰੱਖਣਾ ਵਾ। ਜ਼ਮੀਨ ਜ਼ਿਆਦਾਤਰ ਸਮਤਲ ਚਾਹੀਦੀ ਆ ਚਾਵਲ ਦੀ ਖੇਤੀ ਵਾਸਤੇ। ਜ਼ਮੀਨ ਸਮਤਲ ਵੀ ਜਿੱਥੇ ਪਾਣੀ ਨੂੰ ਖੜਾ ਕਰਕੇ, ਪੱਧਰਾ ਪਾਣੀ ਖੜਾ ਕਰਕੇ ਚਾਵਲਾਂ ਦੀ ਖੇਤੀ ਕੀਤੀ ਜਾ ਸਕੇ। ਪਰ ਹੁਣ ਦੇ ਸਮੇਂ ਵਿੱਚ ਆਧੁਨਿਕ ਯੁੱਗ ਆ,
ਪਹਾੜੀ ਖੇਤਰਾਂ ਦੇ ਵਿੱਚ ਵੀ ਪੌੜੀਦਾਰ ਢਲਾਣਾ ਬਣਾ ਕੇ, ਜਿਹਨੂੰ ਅਸੀਂ ਪੌੜੀਨੁਮਾ ਖੇਤੀ ਕਹਿੰਦੇ ਆ, ਉੱਥੇ ਵੀ ਚਾਵਲਾਂ ਦੀ ਖੇਤੀ ਸ਼ੁਰੂ ਹੋ ਚੁੱਕੀ ਆ। ਕਲੀਅਰ। ਉਸ ਤੋਂ ਬਾਅਦ ਪ੍ਰਮੁੱਖ ਦੇਸ਼ ਆਉਂਦੇ ਆ, ਯਾਦ ਰੱਖਣਾ, ਜਿਹੜਾ ਚੀਨ ਆ। ਚੀਨ, ਜਿਹੜੇ NCERT ਵਾਲੇ ਆਂਦੇ ਆ, ਇਹ ਆਂਦੇ ਵੀ ਚੀਨ ਪ੍ਰਮੁੱਖ ਆ, ਚਾਵਲ ਪੈਦਾ ਕਰਨ ਦੇ ਵਿੱਚ ਚੀਨ ਪ੍ਰਮੁੱਖ ਆ। ਸਾਡੇ ਪੰਜਾਬ ਬੋਰਡ ਵਾਲੇ ਵੀ ਇਹੋ ਹੀ ਕਹਿੰਦੇ ਆ, ਕਹਿੰਦੇ ਹਾਂ ਬਈ ਚੀਨ ਹੀ ਪਹਿਲੇ ਨੰਬਰ ਤੇ ਆ। ਪਰ ਇਹ ਮੈਂ ਕਹਿੰਦੀ ਨਹੀਂ ਆ ਵੀ ਕੁਝ ਕੁ ਘਾਟਾਂ ਹੈਗੀਆਂ ਪੰਜਾਬ ਬੋਰਡ ਦੀਆਂ ਬੁੱਕਸ 'ਚ, ਪਰ ਕਿਤੇ ਨਾ ਕਿਤੇ ਕੁਛ ਕੁ ਚੀਜ਼ਾਂ ਏਦਾਂ ਦੀਆਂ ਮਿਲ ਜਾਂਦੀਆਂ ਵਾ ਵੀ ਸਾਡੀਆਂ ਪੰਜਾਬ ਬੋਰਡ ਦੀਆਂ ਬੁੱਕਸ ਤੇ ਡਾਟਾ ਜ਼ਿਆਦਾ, ਇਹ ਚੀਜ਼ ਨੂੰ ਜਿਹੜਾ ਵਾ ਇਗਨੋਰ ਨਹੀਂ ਕੀਤਾ ਜਾ ਸਕਦਾ। ਹੁਣ ਵੇਖੋ, ਇੱਥੇ ਇਹਨਾਂ ਨੇ ਕੋਈ ਪਰਸੈਂਟੇਜ ਨਹੀਂ ਦੱਸੀ, ਵੀ NCERT ਵਾਲਿਆਂ ਨੇ ਕੁਝ ਨਹੀਂ ਦੱਸਿਆ ਵੀ ਜੇ ਚੀਨ ਪਹਿਲੇ ਨੰਬਰ ਤੇ ਚੌਲ ਪੈਦਾ ਕਰਦਾ ਵਾ ਤੇ ਕਿੰਨੇ % ਪੈਦਾਵਾਰ ਦਿੰਦਾ ਵਾ। ਪਰ ਸਾਡੇ ਵਾਲਿਆਂ ਨੇ ਦੇਤੀ ਪੈਦਾਵਾਰ ਵੀ, ਕਹਿੰਦੇ 36%। ਪੂਰੇ ਵਿਸ਼ਵ ਦਾ 36% ਜਿਹੜੀ ਪੈਦਾਵਾਰ ਆ ਚੌਲਾਂ ਦੀ, ਉਹ ਚੀਨ ਦੇ ਵਿੱਚੋਂ ਕੀਤੀ ਜਾਂਦੀ ਆ। ਫਿਰ ਦੂਜੇ ਨੰਬਰ ਤੇ ਸਾਡਾ ਭਾਰਤ ਆਉਂਦਾ ਵਾ। ਦੂਜੇ ਨੰਬਰ ਤੇ ਭਾਰਤ ਆਉਂਦਾ ਵਾ, ਚੀਨ 36% ਤੇ ਭਾਰਤ 20% ਪੂਰੇ ਦੇਸ਼ ਦਾ, ਜਿਹੜਾ ਪੂਰੇ ਵਿਸ਼ਵ ਦਾ ਚੌਲ ਪੈਦਾ ਕਰਦਾ ਵਾ। ਉਸ ਤੋਂ ਬਾਅਦ ਇਹ ਸ਼੍ਰੀਲੰਕਾ ਕਹਿੰਦੇ ਆ, ਜਾਪਾਨ ਕਹਿੰਦੇ ਆ, ਠੀਕ ਆ। ਪਰ ਦੇਖੋ ਇੱਥੇ ਤਾਂ ਇਹਨਾਂ ਨੇ ਸਾਨੂੰ ਚੀਨ ਦੱਸਦਾ ਵੀ ਚੀਨ ਪੈਦਾਵਾਰ, ਇੱਥੇ ਇਹਨਾਂ ਨੇ ਸਾਨੂੰ ਪੈਦਾਵਾਰ ਵੀ ਦੱਸਦੀ ਵੀ ਕਿੰਨੀ ਪੈਦਾਵਾਰ ਚੌਲਾਂ ਦੀ ਦਿੰਦੇ ਆ। ਉਸ ਤੋਂ ਬਾਅਦ ਇਹਨਾਂ ਨੇ ਚੀਨ ਦਾ ਉਹ ਇਲਾਕਾ ਵੀ ਦੱਸਤਾ ਜਿਸ ਇਲਾਕੇ ਦੇ ਵਿੱਚ ਜਿਹੜੀਆਂ ਘਾਟੀਆਂ ਤੇ, ਚੀਨ ਦੀਆਂ ਘਾਟੀਆਂ ਤੇ ਚੌਲ ਪੈਦਾ ਕੀਤਾ ਜਾਂਦਾ ਵਾ। ਯੰਗਸੀ ਕਿਆਂਗ ਕੀ ਆ? ਯੰਗਸੀ ਕਿਆਂਗ ਉੱਥੇ ਕੋਈ ਦਰਿਆ ਘਾਟੀਆਂ ਦਾ ਨਾਮ ਆ। ਦਰਿਆ ਘਾਟੀਆਂ, ਚੀਨ ਦੇ ਵਿੱਚ ਦਰਿਆ ਘਾਟੀਆਂ ਵਾ। ਇਹਨਾਂ ਦਰਿਆ ਘਾਟੀਆਂ ਤੇ ਜਿਹੜਾ ਵਾ ਸਭ ਤੋਂ ਜ਼ਿਆਦਾ ਚਾਵਲ ਪੈਦਾ ਕੀਤਾ ਜਾਂਦਾ ਵਾ, ਪੂਰੇ ਵਿਸ਼ਵ ਦਾ 36%, ਜਿਹਦੀ ਵਜ੍ਹਾ ਕਰਕੇ ਪਹਿਲੇ ਨੰਬਰ ਤੇ ਆਉਂਦਾ ਵਾ। ਦੂਜੇ ਨੰਬਰ ਤੇ ਸਾਡਾ ਭਾਰਤ ਆਉਂਦਾ ਵਾ। ਆ 20% ਇਹਨਾਂ ਨੇ ਭਾਰਤ ਬਾਰੇ ਨਹੀਂ ਦਿੱਤਾ, ਪਰ ਸਾਡੀ ਕਿਤਾਬ ਕਹਿੰਦੀ ਪੰਜਾਬ ਵਾਲੀ ਵੀ ਵਿਸ਼ਵ ਦਾ 20% ਚੌਲ ਜਿਹੜੇ ਆ, ਚਾਵਲ ਜਿਹੜੇ ਆ, ਉਹ ਭਾਰਤ ਪੈਦਾ ਕਰਦਾ ਵਾ ਦੂਜੇ ਨੰਬਰ ਤੇ। ਉਸ ਤੋਂ ਬਾਅਦ ਸ਼੍ਰੀਲੰਕਾ ਆ, ਜਾਪਾਨ ਆ। ਪਰ ਸਾਡੇ ਵਾਲੇ ਕਹਿੰਦੇ ਬੰਗਲਾਦੇਸ਼ ਦੇ ਗੰਗਾ ਡੈਲਟਾ ਖੇਤਰ, ਬੰਗਲਾਦੇਸ਼ ਦੇ ਜਿਹੜੇ ਗੰਗਾ ਡੈਲਟਾ ਖੇਤਰ ਆ, ਉਹ ਵੀ ਬਹੁਤ ਜ਼ਿਆਦਾ ਚੌਲ ਪੈਦਾ ਕਰਦੇ ਆ। ਇੱਥੇ ਤੇ ਸਾਨੂੰ ਇਹਨਾਂ ਨੇ ਕੱਲਾ ਜਾਪਾਨ ਕਹਿਤਾ NCERT ਵਾਲਿਆਂ ਨੇ, ਪਰ ਸਾਡੇ ਵਾਲਿਆਂ ਨੇ ਜਾਪਾਨ ਦੇ ਨਾਲ ਇਹ ਵੀ ਦੱਸਤਾ ਵੀ ਜਾਪਾਨ ਵਿੱਚ ਚੌਲਾਂ ਦੀ ਕਿਹੜੀ ਕਿਸਮ ਜਿਹੜੀ ਬੀਜੀ ਜਾਂਦੀ ਆ। ਸੋ ਇਸੇ ਹੀ ਕਰਕੇ ਮੈਂ ਹਰ ਵੀਡੀਓ 'ਚ ਵਾਰੀ-ਵਾਰੀ ਕਹਿੰਦੀ ਹੁੰਦੀ ਆ ਵੀ ਮੈਂ ਪੂਰਾ ਫੋਕਸ ਵੀ NCERT ਤੇ ਨਹੀਂ ਕਰ ਰਹੀ ਤੇ ਪਰ ਛੱਡ ਵੀ ਨਹੀਂ ਰਹੀ NCERT ਨੂੰ। ਪਰ ਪੰਜਾਬ ਬੋਰਡ ਨੂੰ ਵੀ ਬਿਲਕੁਲ ਇਗਨੋਰ ਕਰਨਾ ਸਾਡੀ ਗਲਤਫਹਿਮੀ ਹੋਊਗੀ। ਇਸੇ ਹੀ ਕਰਕੇ ਐਨਾਲਿਸਿਸ ਕਰਕੇ ਪੜ੍ਹਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ, ਠੀਕ ਹੈ। ਇਹਦੇ ਨਾਲ ਕੀ ਹੋਊਗਾ, ਇੱਕ ਤਾਂ ਆਪਣਾ ਐਨਾਲਿਸਿਸ ਹੁੰਦਾ ਜਾਂਦਾ ਵੀ ਸਾਡੇ ਪੰਜਾਬ ਬੋਰਡ 'ਚ ਕੀ ਆ, NCERT 'ਚ ਕੀ ਆ, ਕਿਹੜੀ ਚੀਜ਼ ਉੱਤੇ ਦਿੱਤੀ ਆ, ਕਿਹੜੀ ਚੀਜ਼ ਇੱਥੇ ਨਹੀਂ ਦਿੱਤੀ, ਕਿਹੜੀ ਚੀਜ਼ ਇਹਦੇ ਤੇ ਹੈਗੀ ਆ, ਕਿਹੜੀ ਚੀਜ਼ ਇਹਦੇ ਤੇ ਨਹੀਂ ਹੈਗੀ, ਸਾਰਾ ਕੁਝ। ਸੋ ਇਨ ਫਿਊਚਰ ਜੇਕਰ ਤੁਸੀਂ SST ਦੇ ਟੀਚਰ ਵੀ ਬਣਦੇ ਹੋ, ਸਕੂਲ ਦੇ ਵਿੱਚ ਜੌਬ ਕਰਦੇ ਹੋ, ਤਾਂ SCERT ਦੇ ਨਾਲ ਤੁਹਾਨੂੰ NCERT ਦਾ ਵੀ ਪਤਾ ਹੋਊਗਾ, ਹਾਂ ਵੀ ਉਹਨਾਂ ਦੀ ਬੁੱਕ 'ਚ ਏਦਾਂ ਆਹ ਚੀਜ਼ ਸੀਗੀ, ਸਾਡੇ ਆ ਸੀਗਾ। ਸੋ ਇੱਕ ਪਰਫੈਕਟ SST ਦੀ ਤਿਆਰੀ ਮੇਰੇ ਚੈਨਲ ਤੋਂ ਤੁਹਾਡੀ ਹੋ ਰਹੀ ਆ। ਸੋ ਕਲਾਸ ਨੂੰ ਤੁਸੀਂ ਦੱਬ ਕੇ ਸ਼ੇਅਰ ਕਰ ਦਿਓ। ਇਹ ਕੀ ਕਹਿੰਦੇ ਫਿਰ, ਕਿਹੜੀ ਕਿਸਮ? ਕਹਿੰਦੇ ਜਾਪਾਨ ਦੇ ਵਿੱਚ ਜੈਪੋਪਿਕਾ ਨਾਮ ਦੀ ਕਿਸਮ ਚੌਲਾਂ ਦੀ ਸਭ ਤੋਂ ਜ਼ਿਆਦਾ ਪੈਦਾ ਕੀਤੀ ਜਾਂਦੀ ਆ। ਜਿੱਜੇ ਤੋਂ ਜਾਪਾਨ ਤੇ ਜਿੱਜੇ ਤੋਂ ਜੈਪੋਪਿਕਾ। ਜੇ ਤੁਹਾਨੂੰ ਪੁੱਛ ਲਿਆ ਜਾਵੇ ਵੀ ਜੈਪੋਪਿਕਾ ਕਾਹਦੀ ਕਿਸਮ ਆ, ਜਾਪਾਨ ਤੋਂ ਯਾਦ ਰੱਖ ਲਿਓ, ਜਾਪਾਨ ਦੇ ਵਿੱਚ ਇੱਕ ਚੌਲਾਂ ਦੀ ਕਿਸਮ ਆ ਜਿਹੜੀ ਕਿ ਸਭ ਤੋਂ ਜ਼ਿਆਦਾ ਜਿਹੜਾ ਵਾ ਇਹਦੇ ਵਿੱਚ ਇਹਦੀ ਖੇਤੀ ਕੀਤੀ ਜਾਂਦੀ। ਉਸ ਤੋਂ ਬਾਅਦ ਕੁਝ ਚੌਲ ਬੀਜਣ ਦੇ ਕੁਝ ਢੰਗ ਆ, ਠੀਕ ਆ। ਜਿੱਦਾਂ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਪੱਧਰੀ ਜ਼ਮੀਨ ਆ, ਉਹਦੇ ਵਿੱਚ ਪਾਣੀ ਛੱਡ ਕੇ ਹਨਾ ਤੇ ਚੌਲਾਂ ਨੂੰ ਬੀਜਿਆ ਜਾਂਦਾ ਵਾ। ਜ਼ਿਆਦਾ ਮਜ਼ਦੂਰਾਂ ਦੀ ਜ਼ਰੂਰਤ ਪੈਂਦੀ ਆ, ਜਿਹਨੂੰ ਅਸੀਂ ਪੰਜਾਬੀ ਵਿੱਚ ਕੱਦੂ ਕਰਨਾ ਕਹਿ ਦਿੰਦੇ ਆ, ਇੰਗਲਿਸ਼ ਦੇ ਵਿੱਚ ਪਡਲਿੰਗ ਕਹਿੰਦੇ ਆ, ਠੀਕ ਹੈ। ਪਡਲਿੰਗ ਇੱਥੇ ਲਿਖ ਦਿੰਦੀ ਆ, ਪਡਲਿੰਗ ਦਾ ਮਤਲਬ ਇਹ ਹੁੰਦਾ ਵਾ ਕਿਸੇ ਪੱਧਰੀ ਜ਼ਮੀਨ ਦੇ ਵਿੱਚ ਪਾਣੀ ਛੱਡ ਕੇ
कोई खेती करना चिक्कड़ जिहा करके, ठीक है, वो चीज़ नूं तुसीं याद रखना, ठीक है। उस तो बाद NCERT वाले कहंदे आ, कहंदे पश्चिमी बंगाल ते बंगलादेश दे विच चौलां दे नाल नाल कहंदे साल दे विच 2 ਤੋਂ 3 फसलां बीज लियां जांदियां पश्चिमी बंगाल ते बंगलादेश दे विच। सो ये चौलां वाले, मैं चौलां बारे, ठीक है, आपां चावल क्यों कहिए भी आपां हना आपां सिद्धे जे बंदे आपां पंजाबी हना, आपां चावल हिंदी दा शब्द आ पर पंजाबी दे विच भी साडे वालिआं ने चावल ही लिखिआ। चावल जिहड़ा हिंदी दा शब्द आ पर आपां तां चौल ही कहंदे हुंदे आ, ठीक है। सो ਇਹ ਤੁਸੀਂ ਜਿਹੜਾ ਵਾ ਚੌਲਾਂ ਦੀ ਖੇਤੀ ਬਾਰੇ ਤੁਸੀਂ ਇਹ ਯਾਦ ਰੱਖਣਾ ਵਾ NCERT ਤੋਂ ਵੀ ਤੇ SCERT ਤੋਂ ਹੀ। ਅੱਗੇ ਆਪਾਂ ਜਾਣੇ ਆ, ਅੱਗੇ ਸਾਡੀ ਕਿਸਮ ਆਉਂਦੀ ਆ ਫਸਲ ਦੀ ਕਣਕ, ਠੀਕ ਹੈ। ਉਸ ਤੋਂ ਬਾਅਦ ਆਉਂਦੀ ਆ ਕਣਕ। ਉਸ ਤੋਂ ਬਾਅਦ ਆ ਜਾਂਦੀ ਆ ਸਾਡੀ ਕਣਕ, ਠੀਕ ਹੈ। ਚਾਵਲ ਤੇ ਪ੍ਰਮੁੱਖ ਫਸਲ ਹੈਗੀ ਆ ਪਰ NCERT ਤੇ SCERT ਵੀ ਕਹਿੰਦੇ ਆ ਕਿ ਕਣਕ ਇੱਕ ਐਦਾਂ ਦੀ ਫਸਲ ਆ ਜੋ ਲਗਭਗ ਪੂਰੇ ਸੰਸਾਰ ਵਿੱਚ ਬਹੁਤ ਜ਼ਿਆਦਾ ਦੇਸ਼ ਪੈਦਾ ਕਰਦੇ ਆ ਤੇ ਕਣਕ ਵੀ ਜਿਹੜੀ ਆ ਪ੍ਰਮੁੱਖ ਫਸਲ ਮੰਨੀ ਜਾਂਦੀ ਆ, ਠੀਕ ਆ। ਹੁਣ ਜਿੱਥੇ ਅਸੀਂ ਚੌਲਾਂ ਦੀ ਗੱਲ ਕਰਦੇ ਸੀ ਉੱਥੇ ਸਾਨੂੰ ਜਿਹੜਾ ਸੀਗਾ ਗਰਮ ਤਾਪਮਾਨ ਚਾਹੀਦਾ ਸੀ, ਜ਼ਿਆਦਾ ਵਰਖਾ ਚਾਹੀਦੀ ਸੀ। ਚੌਲਾਂ ਲਈ ਸਾਨੂੰ ਵਰਖਾ ਚਾਹੀਦੀ ਸੀ ਲਗਭਗ 2 ਸੈਂਟੀਮੀਟਰ ਤੇ 20 ਡਿਗਰੀ ਤੋਂ ਲੈ ਕੇ ਤੇ 30 ਡਿਗਰੀ ਸੈਲਸੀਅਸ ਤੱਕ ਸਾਨੂੰ ਤਾਪਮਾਨ ਚਾਹੀਦਾ ਸੀ। ਪਰ ਜਦੋਂ ਅਸੀਂ ਕਣਕ ਦੀ ਗੱਲ ਕਰਦੇ ਹਾਂ ਤਾਂ ਕਣਕ ਲਈ ਸਾਨੂੰ ਮੱਧਮ ਤਾਪਮਾਨ, ਵੀ ਨਾ ਜ਼ਿਆਦਾ ਗਰਮ ਤੇ ਨਾ ਜ਼ਿਆਦਾ ਠੰਡਾ, ਮੱਧਮ ਤਾਪਮਾਨ ਚਾਹੀਦਾ ਵਾ ਤੇ ਇਹਦੇ ਲਈ ਸਾਨੂੰ 10 ਤੋਂ 20 ਡਿਗਰੀ ਸੈਲਸੀਅਸ ਲਗਭਗ ਤਾਪਮਾਨ ਜਿਹੜਾ ਚਾਹੀਦਾ ਵਾ ਤੇ ਇਹਦੇ ਲਈ ਵਰਖਾ ਸਾਨੂੰ ਚਾਹੀਦੀ ਆ ਸਿਰਫ 50 ਤੋਂ ਲੈ ਕੇ 100 ਸੈਂਟੀਮੀਟਰ ਤੱਕ। ਚੌਲਾਂ ਲਈ ਸਾਨੂੰ ਕਿੰਨੀ ਚਾਹੀਦੀ ਸੀ 20 ਤੋਂ 30 ਸੈਂਟੀਮੀਟਰ, ਪਰ ਕਣਕ ਲਈ ਕਿੰਨੀ ਚਾਹੀਦੀ ਆ 50 ਤੋਂ 100 ਸੈਂਟੀਮੀਟਰ ਤੱਕ, ਠੀਕ ਆ। ਉਸ ਤੋਂ ਬਾਅਦ ਜਿਹੜਾ ਵਾ ਇਹਦੇ ਲਈ ਮਿੱਟੀ ਕਿਹੜੀ ਚਾਹੀਦੀ ਆ, NCERT ਸਿਰਫ ਤੇ ਸਿਰਫ ਇੱਕ ਮਿੱਟੀ ਦੀ ਗੱਲ ਕਰਦੀ ਆ। ਪਹਿਲਾਂ ਇਹਨਾਂ ਨੇ ਚੌਲਾਂ ਲਈ ਕਿਹਾ ਸੀ ਜਲੋੜ ਮਿੱਟੀ ਕੱਲੀ, ਤੇ ਕਣਕ ਲਈ ਇਹ ਕਹਿੰਦੇ ਕੱਲੀ ਦੋਮਟ ਮਿੱਟੀ ਜਿਹੜੀ ਆ ਉਹ ਜ਼ਰੂਰੀ ਆ। ਪਰ ਸਾਡੇ ਵਾਲਿਆਂ ਨੇ ਜਿੱਦਾਂ ਚੌਲਾਂ ਦੇ ਬਾਰੇ ਦੱਸਿਆ ਸੀ, ਠੀਕ ਆ, ਉਹਦੇ ਵਿੱਚ ਆ ਜਿਹੜੀਆਂ 2 ਮਿੱਟੀਆਂ ਵਾ ਜਲੋੜ ਮਿੱਟੀ ਦੇ ਨਾਲ ਨਾਲ ਇਹ ਚੌਲਾਂ ਦੇ ਬਾਰੇ ਵੀ ਸਹੀ ਸੀ, ਪਰ ਕਣਕ ਦੇ ਨਾਲ ਜਿਹੜਾ ਤੁਸੀਂ ਯਾਦ ਰੱਖਣਾ ਵਾ, ਕਣਕ ਦੇ ਨਾਲ ਤੁਸੀਂ ਕਾਲੀ ਮਿੱਟੀ ਤੇ ਲਾਲ ਮਿੱਟੀ ਐਡ ਕਰ ਲੈਣੀ ਆ ਜਦੋਂ ਤੁਸੀਂ ਪੰਜਾਬ ਬੋਰਡ ਦੀ ਬੁੱਕਸ ਦੀ ਡਾਟੇ ਦੀ ਗੱਲ ਕਰਨੀ ਆ, ਠੀਕ ਆ। ਇਹ ਕਹਿੰਦੇ ਵੀ ਕਣਕ ਦੀ ਖੇਤੀ ਲਈ ਸਾਨੂੰ ਦੋਮਟ, ਚੀਕਣੀ, ਕਾਲੀ ਅਤੇ ਲਾਲ ਮਿੱਟੀ ਜਿਹੜੀਆਂ ਵਾ ਇਹ ਸਾਰੀਆਂ ਹੀ ਜ਼ਰੂਰੀ ਆ। ਉਸ ਤੋਂ ਬਾਅਦ ਇਹਦੇ ਖੇਤਰ ਆ ਜਾਂਦੇ ਆ, ਠੀਕ ਆ। ਸਭ ਤੋਂ ਜ਼ਿਆਦਾ ਜਿਹੜੀ ਕਣਕ ਆ ਉਹ USA ਯਾਨੀ ਕਿ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਪੈਦਾ ਕੀਤੀ ਜਾਂਦੀ ਆ, ਕੈਨੇਡਾ ਦੇ ਵਿੱਚ ਪੈਦਾ ਕੀਤੀ ਜਾਂਦੀ ਆ, ਅਰਜਨਟੀਨਾ, ਰੂਸ, ਯੂਕਰੇਨ, ਆਸਟ੍ਰੇਲੀਆ ਅਤੇ ਭਾਰਤ ਜਿਹੜਾ ਵਾ ਇੱਥੇ ਹੀ ਯਾਦ ਰੱਖ ਲਿਓ, ਭਾਰਤ ਚੌਲ ਪੈਦਾ ਕਰਨ ਦੇ ਵਿੱਚ ਵੀ ਦੂਜੇ ਨੰਬਰ ਤੇ ਸੀਗਾ, ਠੀਕ ਆ। ਤੇ ਕਣਕ ਪੈਦਾ ਕਰਨ ਦੇ ਵਿੱਚ ਵੀ ਸੇਮ ਹੀ ਆ, ਕਣਕ ਪੈਦਾ ਕਰਨ ਦੇ ਵਿੱਚ ਵੀ ਤੇ ਚੌਲ ਪੈਦਾ ਕਰਨ ਦੇ ਵਿੱਚ ਵੀ ਭਾਰਤ ਦੂਜੇ ਨੰਬਰ ਤੇ ਆ, ਠੀਕ ਆ। ਉਸ ਤੋਂ ਬਾਅਦ ਜਦੋਂ ਖੇਤਰਾਂ ਦੀ ਗੱਲ ਆਉਂਦੀ ਆ ਤੇ ਸਾਡੇ ਵਾਲਿਆਂ ਨੇ ਡਾਟਾ ਬਹੁਤ ਸੋਹਣਾ ਦਿੱਤਾ। ਇਹਨਾਂ ਨੇ ਸਾਨੂੰ ਸੰਯੁਕਤ ਰਾਜ ਅਮਰੀਕਾ ਦੇ ਉਹ ਇਲਾਕੇ ਵੀ ਦੱਸਦੇ ਜਿਹੜੇ ਇਲਾਕਿਆਂ ਦੇ ਵਿੱਚ ਜ਼ਿਆਦਾਤਰ ਕਣਕ ਪੈਦਾ ਕੀਤੀ ਜਾਂਦੀ ਆ। ਇਹ ਸਾਰੇ ਦੇ ਸਾਰੇ ਇਲਾਕੇ ਜਿਹੜੇ ਆ ਸੰਯੁਕਤ ਰਾਜ ਅਮਰੀਕਾ ਦੇ ਆ। ਕੈਨਸਾਸ, ਡਕੋਟਾ, ਮੋਂਟਾਨਾ, ਮਿਨੀਸੋਟਾ, ਟੈਕਸਾਸ ਅਤੇ ਮਹਾਨ ਝੀਲਾਂ, ਇਹ ਇਲਾਕੇ ਤੁਸੀਂ ਯਾਦ ਰੱਖਣੇ ਆ। ਇਹ ਸੰਯੁਕਤ ਰਾਜ ਅਮਰੀਕਾ ਦੇ ਉਹ ਇਲਾਕੇ ਆ ਜਿੱਥੇ ਸਭ ਤੋਂ ਜ਼ਿਆਦਾ ਕਣਕ ਪੈਦਾ ਕੀਤੀ ਜਾਂਦੀ ਆ। ਕੈਨਸਾਸ, ਡਕੋਟਾ, ਮੋਂਟਾਨਾ, ਮਿਨੀਸੋਟਾ, ਟੈਕਸਾਸ ਤੇ ਮਹਾਨ, ਲਗਭਗ ਨਾਮ ਸੇਮ ਜਿਹੀ ਆ, ਤੁਹਾਨੂੰ ਯਾਦ ਰਹਿ ਜਾਣਗੇ। ਜੇ ਕੋਈ ਵੱਖਰਾ ਜਿਹਾ ਤੇ ਉਹ ਡਕੋਟਾ ਵਾ, ਕੈਨਸਾਸ, ਮੋਂਟਾਨਾ, ਮਿਨੀਸੋਟਾ, ਟੈਕਸਾਸ ਇੱਕੋ ਜਿਹੀ ਨਾਮ ਆ, ਠੀਕ ਆ। ਉਸ ਤੋਂ ਬਾਅਦ ਇੱਥੇ ਇਹਨਾਂ ਨੇ USA ਵਾਂਗ ਇੱਥੇ ਵੀ ਕੱਲਾ ਕੈਨੇਡਾ ਕਹਿਤਾ, ਪਰ ਇੱਥੇ ਇਹਨਾਂ ਨੇ ਸਾਨੂੰ ਕੈਨੇਡਾ ਦਾ ਓਨਟਾਰੀਓ ਇਲਾਕਾ ਦੱਸਤਾ ਜਿੱਥੇ ਕਣਕ ਜ਼ਿਆਦਾ ਪੈਦਾ ਕੀਤੀ ਜਾਂਦੀ ਆ। ਫਿਰ ਉਸ ਤੋਂ ਬਾਅਦ ਇਹ ਕਹਿੰਦੇ ਆ ਬ੍ਰਿਟਿਸ਼ ਕੋਲੰਬੀਆ, ਠੀਕ ਆ, ਬ੍ਰਿਟਿਸ਼ ਕੋਲੰਬੀਆ। ਉਸ ਤੋਂ ਬਾਅਦ ਨਾ
ਜਿਹੜੇ ਸਾਡੇ ਵਾਲੇ ਆ ਨਾ, ਇਹਨਾਂ ਨੇ ਸਿਰਫ ਇੰਨੀ ਕੀ ਜਾਣਕਾਰੀ ਦਿੱਤੀ NCERT ਵਾਲਿਆਂ ਨੇ। ਪਰ ਜਦੋਂ ਅਸੀਂ ਕਣਕ ਦੀ ਗੱਲ ਕਰਦੇ ਆ ਆਪਣੇ ਪੰਜਾਬ ਬੋਰਡ ਦੀ ਬੁੱਕਸ ਤੋਂ, ਇਹਨਾਂ ਨੇ ਜਾਣਕਾਰੀ ਜਿਹੜੀ ਆ ਸਾਨੂੰ ਬਹੁਤ ਜ਼ਿਆਦਾ ਬਰੀਕੀ ਦਿੱਤੀ ਆ, ਕਿਉਂਕਿ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਵਾ ਅਸੀਂ ਸੁਣ ਕੇ ਵੀ ਯਾਦ ਰੱਖ ਸਕਦੇ। ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣੀ ਆ, ਤੁਸੀਂ ਯਾਦ ਰੱਖ ਲਿਓ। ਕਹਿੰਦੇ ਭਾਰਤ ਦਾ ਸੰਸਾਰ ਵਿੱਚ ਕਣਕ ਪੈਦਾ ਕਰਨ ਵਾਲੇ ਦੇਸ਼ਾਂ ਵਿੱਚ ਦੂਸਰਾ ਸਥਾਨ ਹੈ, ਜਿਹੜਾ ਮੈਂ ਤੁਹਾਨੂੰ ਦੱਸ ਚੁੱਕੀ ਆ। ਭਾਰਤ ਦੇ ਉੱਤਰੀ ਹਿੱਸਿਆਂ ਤੋਂ ਲੈ ਕੇ ਦੱਖਣੀ ਭਾਰਤ ਦੇ ਕੁਝ ਰਾਜਾਂ ਵਿੱਚ ਕਣਕ ਦੀ ਖੇਤੀ ਹੁੰਦੀ ਹੈ। ਮਤਲਬ ਉੱਤਰੀ ਹਿੱਸਿਆਂ ਤੋਂ ਲੈ ਕੇ ਦੱਖਣੀ ਹਿੱਸਿਆਂ ਤੱਕ, ਮਤਲਬ ਉੱਤਰ ਤੋਂ ਲੈ ਕੇ ਦੱਖਣ ਤੱਕ ਜਿੰਨੀਆਂ ਵੀ ਸਟੇਟ ਭਾਰਤ ਦੀਆਂ ਆਉਣਗੀਆਂ, ਉੱਥੇ ਕਣਕ ਦੀ ਪੈਦਾਵਾਰ ਜਿਹੜੀ ਜ਼ਿਆਦਾ ਹੁੰਦੀ ਆ। ਭਾਰਤ ਦੇ 3 ਰਾਜਾਂ ਉੱਤਰ ਪ੍ਰਦੇਸ਼, ਪੰਜਾਬ ਤੇ ਹਰਿਆਣਾ, ਮੈਂ ਇੱਥੇ ਲਿਖ ਦਿੰਨੀ ਆ, ਠੀਕ ਆ। ਯੂਪੀ, ਠੀਕ ਆ, ਯੂਪੀ ਹੋ ਗਿਆ ਤੇ ਪੰਜਾਬ ਤੇ ਹਰਿਆਣਾ, ਇਹ ਜਿਹੜੀਆਂ 3 ਸਟੇਟ ਆ ਭਾਰਤ ਦੀਆਂ, ਇਹ 72%, ਠੀਕ ਆ, 72% ਕਣਕ ਦੀ ਪੈਦਾਵਾਰ ਦਿੰਦੀਆਂ ਵਾ। ਇਹ ਯਾਦ ਰੱਖ ਲਿਓ, ਯੂਪੀ, ਪੰਜਾਬ ਤੇ ਹਰਿਆਣਾ, ਠੀਕ ਆ। ਉਸ ਤੋਂ ਬਾਅਦ ਕਹਿੰਦੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਬਿਹਾਰ ਰਾਜਾਂ ਵਿੱਚ ਵੀ ਕਣਕ ਪੈਦਾ ਕੀਤੀ ਜਾਂਦੀ ਆ। ਪਰ ਮੇਨਲੀ ਤੁਸੀਂ ਆਹ 3 ਸਟੇਟ ਯਾਦ ਰੱਖਣੀਆਂ, ਕਿਉਂਕਿ 72% ਕਣਕ ਦੀ ਪੈਦਾਵਾਰ ਦਾ ਹਿੱਸਾ ਇਹ ਸਟੇਟ ਜਿਹੜੀਆਂ ਵਾ ਪਾ ਰਹੀਆਂ ਵਾ, ਠੀਕ ਆ। ਉਸ ਤੋਂ ਬਾਅਦ ਇਹ ਕਹਿੰਦੇ ਆ ਪੰਜਾਬ ਰਾਜ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਕਣਕ ਪੈਦਾ ਕੀਤੀ ਜਾਂਦੀ ਆ। ਪੰਜਾਬ ਵਿੱਚ ਆਈ ਹਰੀ ਕ੍ਰਾਂਤੀ। ਹੁਣ ਵੇਖੋ, ਜਦੋਂ ਅਸੀਂ ਜ਼ਿਆਦਾ ਪੈਦਾਵਾਰ ਦੀ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਦੱਸਿਆ ਕਿ ਯੂਪੀ, ਪੰਜਾਬ ਤੇ ਹਰਿਆਣਾ ਨੂੰ ਯਾਦ ਰੱਖਣਾ, ਪਰ ਕਹਿੰਦੇ ਪੰਜਾਬ ਦੇ ਸਾਰੇ ਹੀ ਜ਼ਿਲ੍ਹੇ, ਮਾਝੇ ਦੇ ਸਾਰੇ ਜ਼ਿਲ੍ਹੇ, ਮਾਲਵੇ ਦੇ ਸਾਰੇ ਤੇ ਦੁਆਬੇ ਦੇ ਸਾਰੇ ਹੀ ਜ਼ਿਲ੍ਹੇ, ਕਹਿੰਦੇ ਆ ਪੰਜਾਬ ਦੇ ਸਾਰੇ ਹੀ ਜ਼ਿਲ੍ਹੇ ਜਿਹੜੇ ਆ ਕਣਕ ਦੀ ਪੈਦਾਵਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਆ। ਕਹਿੰਦੇ ਹਰੀ ਕ੍ਰਾਂਤੀ, ਗ੍ਰੀਨ ਰੈਵੋਲੂਸ਼ਨ ਜਿਹੜੀ ਆਈ ਆ, ਉਹਦੇ ਨਾਲ ਕਹਿੰਦੇ ਵੀ ਕਣਕ ਦੀ ਪੈਦਾਵਾਰ ਬਹੁਤ ਜ਼ਿਆਦਾ ਵਧੀ, ਠੀਕ ਹੈ। ਇਸ ਪੁਆਇੰਟ ਨੂੰ ਤੁਸੀਂ ਯਾਦ ਰੱਖਣਾ। ਕਹਿੰਦੇ ਅੱਛੇ ਬੀਜ, ਖਾਦਾਂ ਦੀ ਵਰਤੋਂ ਤੇ ਸਿੰਚਾਈ ਸਾਧਨਾਂ ਦੀ ਸਹੂਲਤ ਕਰਕੇ ਪੰਜਾਬ ਵਿੱਚ ਕਣਕ ਦੀ ਉਪਜ ਕਈ ਗੁਣਾ ਵਧੀ ਹੈ। ਕੇਂਦਰੀ ਅਨਾਜ ਭੰਡਾਰ ਵਿੱਚ ਪੰਜਾਬ ਸਭ ਰਾਜਾਂ ਤੋਂ ਵੱਧ ਕਣਕ ਦਾ ਹਿੱਸਾ ਪਾਉਂਦਾ ਹੈ। ਪਤਾ ਕਿਵੇਂ ਯਾਦ ਰੱਖਣਾ ਵਾ? ਜਦੋਂ ਮੈਂ ਤੁਹਾਨੂੰ ਪਹਿਲਾਂ ਵੀ ਕਿਸੇ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਜੇ ਪ੍ਰਤੀ ਹੈਕਟੇਅਰ ਦੇ ਹਿਸਾਬ ਦੇ ਨਾਲ ਪੁੱਛ ਲੈਣ, ਪ੍ਰਤੀ ਹੈਕਟੇਅਰ, ਜਦੋਂ ਪ੍ਰਤੀ ਹੈਕਟੇਅਰ ਪੁੱਛ ਲੈਣ ਨਾ, ਫਿਰ ਤੁਸੀਂ ਪੰਜਾਬ ਹੀ ਟਿਕ ਕਰਕੇ ਆਉਣਾ, ਠੀਕ ਹੈ। ਇਸ ਪੁਆਇੰਟ ਨੂੰ ਤੁਸੀਂ ਨੇ ਯਾਦ ਰੱਖਣਾ ਵਾ। ਸੋ ਇਹ ਡਾਟਾ ਜਿਹੜਾ ਵਾ ਕਣਕ ਦੇ ਬਾਰੇ ਇਹਨਾਂ ਨੇ ਦਿੱਤਾ ਵਾ। ਸੋ ਇਹ ਪੁਆਇੰਟ ਤੁਸੀਂ ਕਣਕ ਦੇ ਬਾਰੇ ਯਾਦ ਰੱਖਣੇ ਆ। ਐਂਡ ਤੇ ਮੈਂ ਨਾ ਇੱਕ ਲਿਸਟ ਵੀ ਦੇ ਦੂੰਗੀ। ਕਿਉਂ? ਪਤਾ ਕੀ ਆ, ਜਦੋਂ ਅਸੀਂ ਚਾਵਲਾਂ ਦੀ ਗੱਲ ਕਰਦੇ ਆ ਜਾਂ ਜਦੋਂ ਅਸੀਂ ਕਣਕ ਦੀ ਗੱਲ ਕਰਦੇ ਆ ਤਾਂ ਸਾਨੂੰ ਇਹ ਵੀ ਪਤਾ ਹੋਣਾ ਜਿੱਦਾਂ ਭਾਰਤ ਦੀ ਕਿਹੜੀ ਸਟੇਟ ਕਿਹੜੀ ਚੀਜ਼ ਜ਼ਿਆਦਾ ਪੈਦਾ ਕਰਦੀ ਹੈ। ਸੋ ਭਾਰਤ ਦੀਆਂ ਸਟੇਟ ਤਾਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨਾ। ਉਹਦੀ ਇੱਕ ਮੈਂ ਲਿਸਟ ਹੀ ਬਣਾ ਕੇ ਟੈਲੀਗ੍ਰਾਮ ਤੇ ਸੈਂਡ ਕਰ ਦਵਾਂ ਕਿ ਜੋ ਚੀਜ਼ਾਂ ਹੁਣ ਮੈਂ ਤੁਹਾਨੂੰ ਦੱਸਦਾ ਵੀ ਆ ਸਟੇਟ ਆ ਪੈਦਾ ਕਰਦੀ, ਆ ਸਟੇਟ ਆ ਪੈਦਾ ਕਰਦੀ ਹੈ, ਇਹਦੇ ਵਿੱਚ ਕੋਈ ਸਮਝਾਉਣ ਵਾਲੀ ਚੀਜ਼ ਨਹੀਂ ਹੈ। ਉਹ ਇਦਾਂ ਦਾ ਡਾਟਾ ਹੁੰਦਾ ਜਿਹੜਾ ਸਾਨੂੰ ਅੱਖਾਂ ਥਾਣੀ ਕੱਢਣਾ ਪੈਂਦਾ ਵਾ। ਉਹ ਇੱਕ ਮੈਂ ਲਿਸਟ ਬਣਾ ਕੇ ਟੈਲੀਗ੍ਰਾਮ ਤੇ ਭੇਜ ਦੂੰਗੀ, ਉਹ ਲਿਸਟ ਤੁਸੀਂ ਪੜ੍ਹ ਲੈਣਾ, ਠੀਕ ਹੈ। ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਮੱਕੀ ਤੇ, ਠੀਕ ਹੈ। ਇਸ ਤੋਂ ਬਾਅਦ ਆਉਂਦੀ ਆ ਸਾਡੀ ਮੱਕੀ ਦੀ ਫਸਲ, ਠੀਕ ਆ। ਜਿਹੜੀ ਮੱਕੀ ਦੀ ਫਸਲ ਆ, ਇਹਦਾ ਜਿਹੜਾ ਤਾਪਮਾਨ ਆ ਉਹ ਕਣਕ ਦੀ ਫਸਲ ਦੇ ਨਾਲ ਮਿਲਦਾ ਵਾ। ਮੱਧ ਤਾਪਮਾਨ ਚਾਹੀਦਾ ਤੇ ਘੱਟ ਵਰਖਾ ਚਾਹੀਦੀ ਆ, ਠੀਕ ਆ। ਤੇ ਜਿਹੜਾ ਇਹਦੇ ਲਈ ਸੈਲਸੀਅਸ ਦੀ ਗੱਲ ਕਰਦੇ ਆ, 18 ਡਿਗਰੀ ਸੈਲਸੀਅਸ ਤੋਂ ਲੈ ਕੇ 27 ਡਿਗਰੀ ਸੈਲਸੀਅਸ ਤੱਕ ਸਾਨੂੰ ਜਿਹੜਾ ਵਾ ਤਾਪਮਾਨ ਇਹਦਾ ਚਾਹੀਦਾ ਵਾ। ਇਹ ਸਾਨੂੰ ਸਾਡੀ NCERT ਦੱਸਦੀ ਆ। ਕਹਿੰਦੇ ਆ ਕਿ ਮੌਸਮ ਜਿਹੜਾ ਵਾ ਕੋਰਾ ਰਹਿਤ ਹੋਣਾ ਚਾਹੀਦਾ ਵਾ। ਇਹ ਤਾਂ ਅਸੀਂ ਆਪਣੀ ਕਾਮਨ ਸੈਂਸ ਵੀ ਲਗਾ ਸਕਦੇ ਹਾਂ ਵੀ ਜਦੋਂ ਜ਼ਿਆਦਾ ਕੋਰਾ ਪੈਣ ਲੱਗ ਜਾਊਗਾ ਤੇ ਜਿਹੜੇ ਮੱਕੀ ਦੇ ਵਿੱਚ ਦਾਣੇ ਬਣ ਰਹੇ ਹੁੰਦੇ ਆ ਛੱਲੀਆਂ ਦੇ ਵਿੱਚ, ਉਹ ਕਾਲੇ ਹੋਣੇ ਸਟਾਰਟ ਹੋ ਜਾਣਗੇ। ਸੋ ਕੋਰਾ ਰਹਿਤ ਮੌਸਮ ਜਿਹੜਾ ਵਾ ਚਾਹੀਦਾ ਵਾ, ਉੱਥੇ ਹੀ ਮੱਕੀ ਜਿਹੜੀ ਆ ਵਧੀਆ ਪੈਦਾ ਹੋ ਸਕਦੀ ਆ। ਫਿਰ ਇਹ NCERT ਵਾਲੇ ਕਿਸੇ ਵੀ ਮਿੱਟੀ ਦਾ ਨਾਮ ਨਹੀਂ ਲੈਂਦੇ। ਇਹ ਕਹਿੰਦੇ ਆ ਕੋਈ ਵੀ ਮਿੱਟੀ ਚੱਲ ਸਕਦੀ ਆ, ਪਰ ਮਿੱਟੀ ਉਪਜਾਊ ਹੋਣੀ ਚਾਹੀਦੀ, ਜ਼ਿਆਦਾ ਉਪਜਾਊ। ਕਹਿੰਦੇ ਕਿਸੇ ਵੀ ਇਲਾਕੇ ਵਿੱਚ ਕੋਈ ਵੀ ਮਿੱਟੀ ਜ਼ਿਆਦਾ ਉਪਜਾਊ ਹੋ ਸਕਦੀ ਆ। ਕਿਸੇ ਇਲਾਕੇ ਵਿੱਚ ਕਾਲੀ ਮਿੱਟੀ ਜ਼ਿਆਦਾ ਉਪਜਾਊ ਆ, ਕਿਸੇ ਇਲਾਕੇ ਦੇ ਵਿੱਚ ਲਾਲ ਮਿੱਟੀ ਜ਼ਿਆਦਾ ਉਪਜਾਊ ਆ। ਸੋ ਇਹ ਕਹਿੰਦੇ ਆ ਕਿ ਮਿੱਟੀ ਕੋਈ ਵੀ ਹੋਵੇ ਜ਼ਿਆਦਾ ਉਪਜਾਊ ਹੋਣੀ ਚਾਹੀਦੀ ਆ।
ਤੇ ਸਾਡੇ ਵਾਲੇ ਕਹਿੰਦੇ ਵੀ ਹਰ ਤਰ੍ਹਾਂ ਦੀ ਮਿੱਟੀ ਦੇ ਵਿੱਚ ਜਿਹੜੀ ਆ ਮੱਕੀ ਦੀ ਫਸਲ ਉਗਾਈ ਜਾ ਸਕਦੀ ਆ, ਪਰ ਮੇਨਲੀ ਇਹ ਜਲੋੜ ਤੇ ਚੀਕਣੀ ਮਿੱਟੀ ਦੀ ਗੱਲ ਕਰਦੇ ਆ, ਤੇ ਨਾਲ ਸਾਨੂੰ ਇਹ ਵੀ ਕਹਿ ਦਿੰਦੇ ਆ ਵੀ ਹਰ ਤਰ੍ਹਾਂ ਦੀ ਮਿੱਟੀ ਜਿਹੜੀ ਆ ਮੱਕੀ ਦੀ ਫਸਲ ਲਈ ਉਪਯੋਗੀ ਆ। ਉਸ ਤੋਂ ਬਾਅਦ ਇਹ ਕੁਝ ਖੇਤਰਾਂ ਦੀ ਗੱਲ ਕਰਦੇ ਆ। ਜਦੋਂ ਖੇਤਰਾਂ ਦੀ ਗੱਲ ਕਰਦੇ ਆ, ਇਹ ਕਹਿੰਦੇ ਉੱਤਰੀ ਅਮਰੀਕਾ, ਬ੍ਰਾਜ਼ੀਲ, ਚੀਨ, ਰੂਸ, ਕੈਨੇਡਾ, ਭਾਰਤ ਅਤੇ ਮੈਕਸੀਕੋ ਜਿਹੜੇ ਆ ਮੱਕੀ ਪੈਦਾ ਕਰਨ ਦੇ ਵਿੱਚ ਮੋਹਰੀ ਦੇਸ਼ ਨੇ, ਠੀਕ ਆ। ਪਰ ਸਾਡੇ ਵਾਲਿਆਂ ਨੇ ਬਹੁਤ ਹੀ ਜ਼ਿਆਦੀ ਘੈਂਟ ਜਾਣਕਾਰੀ ਸਾਨੂੰ ਦੇਤੀ। ਇਹ ਕਹਿੰਦੇ ਯੂਰਪੀ ਮਹਾਂਦੀਪ ਵਿੱਚ ਮੱਕੀ ਦੀ ਪੈਦਾਵਾਰ ਦੀ ਸ਼ੁਰੂਆਤ ਕੋਲੰਬਸ ਦੇ ਸਮੇਂ ਤੋਂ ਹੋਈ ਸੀ। ਬਹੁਤ ਇੰਪੋਰਟੈਂਟ ਜਾਣਕਾਰੀ ਆ, ਯਾਦ ਰੱਖਣਾ। ਸਾਡੀ ਪੰਜਾਬ ਬੋਰਡ ਦੀ ਬੁੱਕ ਦੇ ਵਿੱਚ ਹੀ ਕਹੀ ਇਹਨਾਂ ਨੇ ਇਹ ਗੱਲ। ਕਹਿੰਦੇ ਯੂਰਪੀ ਮਹਾਂਦੀਪ ਵਿੱਚ ਮੱਕੀ ਦੀ ਪੈਦਾਵਾਰ ਦੀ ਸ਼ੁਰੂਆਤ ਕੋਲੰਬਸ ਦੇ ਸਮੇਂ ਤੋਂ ਹੋਈ। ਕਹਿੰਦੇ ਉਹ ਮੱਕੀ ਦੇ ਬੀਜ ਅਮਰੀਕਾ ਤੋਂ ਆਪਣੇ ਨਾਲ ਲੈ ਕੇ ਆਇਆ ਸੀ, ਠੀਕ ਹੈ। ਇਹ ਕੋਲੰਬਸ ਜਿਹੜਾ ਸੀਗਾ, ਇਹ ਕੀ ਜਦੋਂ ਆਉਂਦਾ ਵਾ ਅਮਰੀਕਾ ਤੋਂ ਆਉਂਦਾ ਵਾ। ਕੋਲੰਬਸ ਕਿੱਥੋਂ ਦਾ ਬੰਦਾ ਸੀਗਾ? ਅਮਰੀਕਾ ਦਾ, ਠੀਕ ਹੈ। ਜਦੋਂ ਇਹ ਅਮਰੀਕਾ ਤੋਂ ਆਉਂਦਾ ਵਾ ਤਾਂ ਇਹ ਆਪਣੇ ਨਾਲ ਕੁਝ ਮੱਕੀ ਦੇ ਬੀਜ ਲੈ ਕੇ ਆਉਂਦਾ ਵਾ। ਕਹਿੰਦੇ ਬਸ ਉੱਥੋਂ ਹੀ ਜਿਹੜਾ ਵਾ ਯੂਰਪੀ ਮਹਾਂਦੀਪ ਦੇ ਵਿੱਚ ਜਿਹੜਾ ਵਾ ਮੱਕੀ ਦੀ ਸ਼ੁਰੂਆਤ ਹੋਈ ਸੀ, ਮੱਕੀ ਬੀਜਣ ਦੀ। ਫਿਰ ਇਹਦੇ ਨਾਲ ਹੀ ਅੱਗੇ ਤੁਸੀਂ ਯਾਦ ਰੱਖਣਾ ਵੀ ਇਸੇ ਹੀ ਕਰਕੇ ਜਿਹੜਾ ਯੂਰਪੀ ਮਹਾਂਦੀਪ ਆ, ਯੂਰਪ ਕੰਟੀਨੈਂਟ ਆ, ਯੂਰਪ ਕੰਟੀਨੈਂਟ ਦੇ ਜ਼ਿਆਦਾਤਰ ਦੇਸ਼ ਜਿਹੜਾ ਵਾ ਮੱਕੀ ਪੈਦਾ ਕਰਦੇ ਆ, ਠੀਕ ਆ। ਉਸ ਤੋਂ ਬਾਅਦ ਮੱਕੀ ਤੋਂ ਕੀ ਤਿਆਰ ਹੁੰਦਾ ਵਾ? ਗਲੂਕੋਜ਼ ਤਿਆਰ ਹੁੰਦਾ ਵਾ, ਸਟਾਰਚ ਤੇ ਅਲਕੋਹਲ ਤਿਆਰ ਹੁੰਦਾ ਵਾ, ਠੀਕ ਆ। ਆਪਾਂ ਮੱਕੀ ਦੇ ਬਾਰੇ ਹੋਰ ਜਾਣਕਾਰੀ ਇੱਥੇ ਆਪਾਂ ਪੜ੍ਹ ਲੈਂਦੇ ਆ। ਇਹ ਕਹਿੰਦੇ ਆ ਕਿ ਇਸ ਤੋਂ ਬਨਸਪਤੀ ਤੇਲ ਵੀ ਤਿਆਰ ਹੁੰਦਾ ਵਾ। ਮੱਕੀ ਦੀ ਫਸਲ ਨੂੰ ਜਾਨਵਰਾਂ ਦੇ ਭੋਜਨ ਦੇ ਤੌਰ ਤੇ ਵੀ ਵਰਤਿਆ ਜਾਂਦਾ ਵਾ, ਠੀਕ ਆ। ਕਿਉਂਕਿ ਹੁਣ ਅਸੀਂ ਜਾਨਵਰਾਂ ਦੇ ਤੌਰ ਮਤਲਬ ਜਿਵੇਂ ਮੱਝਾਂ ਗਾਵਾਂ ਦਾ ਦਾਲ ਵਗੈਰਾ ਬਣਾਉਂਦੇ ਆ, ਜਾਨਵਰਾਂ ਦਾ ਦਾਣਾ ਬਣਾਇਆ ਜਾਂਦਾ ਵਾ, ਸੋ ਉਹਦੇ ਵਾਸਤੇ ਵੀ ਜਿਹੜਾ ਮੱਕੀ ਵਰਤੀ ਜਾਂਦੀ ਆ, ਠੀਕ ਆ। ਉਸ ਤੋਂ ਬਾਅਦ ਇਹ ਕਹਿੰਦੇ ਆ ਕਿ ਮੱਕੀ ਦੀ ਪੈਦਾਵਾਰ ਘੱਟ ਵਰਖਾ ਤੇ ਇਲਾਕਿਆਂ ਵਿੱਚ ਕੀਤੀ ਜਾਂਦੀ ਆ। ਇਸ ਫਸਲ ਨੂੰ ਬਹੁਤ ਅੱਛੀ ਕਿਸਮ ਦੀ ਮਿੱਟੀ ਦੀ ਜ਼ਰੂਰਤ ਨਹੀਂ ਹੁੰਦੀ, ਠੀਕ ਆ। ਯਾਨੀ ਕਿ ਹਰ ਤਰ੍ਹਾਂ ਦੀ ਮਿੱਟੀ ਦੇ ਵਿੱਚ ਇਹ ਉਗਾਈ ਜਾ ਸਕਦੀ ਆ। ਫਿਰ ਇਹ ਕਹਿੰਦੇ ਆ ਕੋਰਾ ਮੱਕੀ ਦੀ ਫਸਲ ਲਈ ਹਾਨੀਕਾਰਕ ਸਿੱਧ ਹੁੰਦਾ ਹੈ। ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ, ਕਿਉਂਕਿ ਜਦੋਂ ਕੋਰਾ ਪਊਗਾ ਤੇ ਸਾਡੀਆਂ ਮੱਕੀ ਦੇ ਵਿੱਚ ਵਿਚਲੇ ਜਿਹੜੇ ਦਾਣੇ ਆ ਉਹ ਕਾਲੇ ਹੋਣੇ ਸਟਾਰਟ ਹੋ ਜਾਣਗੇ, ਉਹਨਾਂ ਨੂੰ ਉੱਲੀ ਲੱਗਣੀ ਸਟਾਰਟ ਹੋ ਜੂਗੀ। ਫਿਰ ਕਹਿੰਦੇ ਇਸ ਫਸਲ ਨੂੰ ਜੰਗਲੀ ਜਾਨਵਰਾਂ ਤੇ ਪੰਛੀਆਂ ਤੋਂ ਵੀ ਬਚਾ ਕੇ ਰੱਖਣਾ ਪੈਂਦਾ, ਬਿਲਕੁਲ, ਠੀਕ ਹੈ। ਪੁਰਾਣੇ ਸਮੇਂ ਦੇ ਵਿੱਚ ਨਾ ਗਾਣਾ ਯਾਦ ਆ ਗਿਆ ਇੱਕ, ਠੀਕ ਆ। ਉਹ ਮਤਲਬ ਕਿਵੇਂ ਕਹਿੰਦੇ ਹੁੰਦੇ ਆ, ਮੈਨੂੰ ਨਾ ਯਾਦ ਆ ਗਿਆ। ਅਸੀਂ ਨਾ ਛੋਟੇ ਹੁੰਦੇ ਸੀ, ਪਹਿਲਾਂ ਦੇ ਸਮੇਂ ਵਿੱਚ ਮੱਕੀ ਵਗੈਰਾ ਕਾਫੀ ਬੀਜਦੇ ਹੁੰਦੇ ਸੀ, ਹੁਣ ਵੈਸੇ ਘੱਟ ਬੀਜਦੇ ਆ ਹਨਾ। ਤੇ ਹੈਗੇ ਆ ਕੁਛ ਕੁ ਜ਼ਿਲ੍ਹਿਆਂ ਵਿੱਚ ਅਜੇ ਵੀ ਬੜੀ ਬੀਜਦੇ ਆ। ਪੁਰਾਣੇ ਸਮੇਂ ਦੇ ਵਿੱਚ ਨਾ ਮੱਕੀ ਬੀਜ ਕੇ ਮੈਨੂੰ ਅੱਜ ਵੀ ਯਾਦ ਆ, ਠੀਕ ਹੈ। ਹਾਏ ਉਹ ਸਮਾਂ ਕਦੀ ਨਹੀਂ ਮੁੜ ਕੇ ਵਾਪਸ ਆਉਣਾ ਨਾ। ਮਤਲਬ ਜਿੱਦਾਂ ਮੱਕੀ ਦਾ ਖੇਤ ਆ ਹਨਾ, ਤੇ ਇਹਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਇੱਕ ਡੰਡਾ ਕੱਢ ਕੇ ਤਾਂ ਉਹਨੂੰ ਉੱਪਰ ਉੱਥੇ ਇੱਕ ਪੀਪਾ ਬੰਨ੍ਹ ਦਿੱਤਾ ਜਾਂਦਾ ਸੀ ਲੋਹੇ ਦਾ, ਇਸ ਤਰੀਕੇ ਦੇ ਨਾਲ, ਤੇ ਉਹਨੂੰ ਇਸ ਤਰ੍ਹਾਂ ਰੱਸੀ ਬੰਨ੍ਹ ਦਿੱਤੀ ਜਾਂਦੀ। ਮੰਨ ਲਓ ਇੱਥੇ ਕੋਈ ਰੋਕਿਆ ਹਨਾ, ਇੱਥੇ ਕੋਈ ਰੋਕਿਆ ਤੇ ਇੱਥੇ ਡਾਇਆ ਹੁੰਦਾ ਸੀ ਮੰਜਾ, ਤੇ ਇੱਥੇ ਅਸੀਂ ਬੈਠੇ ਹੁੰਦੇ ਸੀ ਰੱਸੀ ਫੜ ਕੇ। ਜਦੋਂ ਲੱਗਣਾ ਵੀ ਤੋਤੇ ਚਲ ਗਏ ਆ ਮੱਕੀ ਦੇ ਖੇਤ ਦੇ ਵਿੱਚ, ਕਾਂ ਚਲ ਗਏ ਆ, ਘੁੱਗੀਆਂ ਚਲ ਗਈਆਂ ਵਾ, ਤੇ ਉਹ ਰੱਸੀ ਨੂੰ ਇਸ ਤਰ੍ਹਾਂ ਖਿੱਚਣਾ ਤੇ ਪੀਪਾ ਖੜਕਦਾ ਹੁੰਦਾ ਸੀ। ਜਦੋਂ ਪੀਪਾ ਖੜਕਦਾ ਹੁੰਦਾ ਸੀ ਤੇ ਫਿਰ ਉਹ ਜਾਨਵਰ ਜਿਹੜੇ ਉੱਡ ਜਾਂਦੇ ਹੁੰਦੇ ਸੀ। ਇਸ ਤਰ੍ਹਾਂ ਹੀ ਮੱਕੀ ਦੀ ਰਾਖੀ ਕਰਦੇ ਹੁੰਦੇ ਸੀ। ਮੈਂ ਖੁਦ ਆਹ ਕੰਮ ਕੀਤਾ ਵਾ ਛੋਟੀ ਹੁੰਦੀ ਨੇ, ਠੀਕ ਆ। ਬਚਪਨ ਜਿਹੜਾ ਸੀ ਉਹ ਬਹੁਤ ਜ਼ਿਆਦਾ ਵਧੀਆ ਸੀ, ਠੀਕ ਆ। ਸੋ ਯਾਦ ਆ ਗਈ ਗੱਲ, ਮੈਂ ਤੁਹਾਨੂੰ ਦੱਸਤੀ ਮੇਰੇ ਬਚਪਨ ਦੀ, ਠੀਕ ਆ। ਤੇ ਬਸ ਤੁਸੀਂ ਯਾਦ ਰੱਖਣਾ ਕਿ ਜਾਨਵਰਾਂ ਤੋਂ ਵੀ ਇਸ ਖੇਤੀ ਨੂੰ ਬਚਾਉਣਾ ਪੈਂਦਾ ਵਾ, ਕਿਉਂਕਿ ਜਾਨਵਰ ਜਿਹੜਾ ਵਾ ਮੱਕੀ ਦੇ ਦਾਣੇ ਜਿਹੜੇ ਆ ਉਹ ਖਾਂਦੇ ਆ, ਠੀਕ ਆ। ਇਸ ਪੁਆਇੰਟ ਨੂੰ ਤੁਸੀਂ ਯਾਦ ਰੱਖਣਾ। ਇਹ ਸਾਰੇ ਦੇ ਸਾਰੇ ਪੁਆਇੰਟ ਮੱਕੀ ਦੇ ਬਾਰੇ ਯਾਦ ਰੱਖਣੇ, ਠੀਕ ਆ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵਾ, ਇਹ ਅੱਗੋਂ ਮੱਕੀ ਦੇ ਬਾਰੇ ਇਹਨਾਂ ਨੇ ਕਾਫੀ ਜਾਣਕਾਰੀ ਦਿੱਤੀ ਹੈ। ਮੈਂ ਟੈਲੀਗ੍ਰਾਮ ਤੇ, ਹਾਂ ਇੱਕ ਚੀਜ਼ ਹੋਰ, ਮੈਂ ਨਾ ਟੈਲੀਗ੍ਰਾਮ ਤੇ ਪੂਰੀ ਦੀ ਪੂਰੀ PDF ਭੇਜ ਚੁੱਕੀ ਆ। 8ਵੀਂ ਕਲਾਸ ਦੀ ਆਹ ਵਾਲੀ ਬੁੱਕ ਆ ਨਾ ਜਿਹੜੀ, ਇਹਦੀ ਪੂਰੀ ਦੀ ਪੂਰੀ PDF ਮੈਂ ਟੈਲੀਗ੍ਰਾਮ ਤੇ ਭੇਜੀ ਆ। ਜਿਨ੍ਹਾਂ ਬੱਚਿਆਂ ਨੇ ਅਜੇ ਟੈਲੀਗ੍ਰਾਮ ਜੁਆਇਨ ਨਹੀਂ ਕੀਤਾ ਉਹ ਕਰ ਲਓ। ਤੇ ਜਿਹੜੀ ਮੈਂ ਸੰਡੇ ਦੀ ਪੈਡਾਗੋਜੀ ਕਰਵਾਉਣੀ ਆ
2 ਸੰਡੇ ਆਪਣੇ ਕੰਪਲੀਟ ਹੋ ਚੁੱਕੇ ਆ। ਉਹ ਵੀ ਜੋ ਕੁਛ ਮੈਂ ਕਲਾਸ 'ਚ ਕਰਵਾਉਣੀ ਆ ਉਹਦੀ PDF ਬਣਾ ਕੇ ਮੈਂ ਟੈਲੀਗ੍ਰਾਮ ਤੇ ਪਾਈ ਆ। ਉਹ ਵੀ ਤੁਹਾਨੂੰ ਟੈਲੀਗ੍ਰਾਮ ਤੇ ਮਤਲਬ ਜੋ ਵੀ ਡਾਟਾ ਮੈਂ ਕਲਾਸ 'ਚ ਕਰਵਾਉਣੀ ਉਹ ਟੈਲੀਗ੍ਰਾਮ ਤੇ ਭੇਜਿਆ ਜਾਂਦਾ ਵਾ। ਸੋ ਜਿਨ੍ਹਾਂ ਬੱਚਿਆਂ ਨੇ ਟੈਲੀਗ੍ਰਾਮ ਜੁਆਇਨ ਨਹੀਂ ਕੀਤਾ ਜ਼ਰੂਰ ਜੁਆਇਨ ਕਰ ਲਓ ਟੈਲੀਗ੍ਰਾਮ, ਠੀਕ ਆ। ਜਦੋਂ ਤੁਸੀਂ ਵੀਡੀਓ ਦਾ ਡਿਸਕ੍ਰਿਪਸ਼ਨ ਖੋਲੋਗੇ ਉੱਥੇ ਮੂਹਰੇ ਹੀ ਤੁਹਾਨੂੰ ਜਿਹੜਾ ਵਾ ਟੈਲੀਗ੍ਰਾਮ ਦਾ ਲਿੰਕ ਮਿਲ ਜੂਗਾ। ਉੱਥੇ ਕਲਿੱਕ ਕਰਕੇ ਤੁਸੀਂ ਟੈਲੀਗ੍ਰਾਮ ਤੇ ਸਿੱਧਾ ਜੁਆਇਨ ਹੋ ਜਾਓਗੇ। ਆਪਾਂ ਪੜ੍ਹ ਲੈਂਦੇ ਆ ਵੀ ਹੋਰ ਇਹ ਕੀ ਕਹਿੰਦੇ ਆ ਮੱਕੀ ਦੇ ਬਾਰੇ। ਕਹਿੰਦੇ USA, ਚੀਨ ਅਤੇ ਬ੍ਰਾਜ਼ੀਲ ਵਰਗੇ ਦੇਸ਼ ਸੰਸਾਰ ਦੇ ਮੁੱਖ ਮੱਕੀ ਉਤਪਾਦਕ ਕਰਨ ਵਾਲੇ ਦੇਸ਼ ਹਨ। USA, ਠੀਕ ਹੈ, ਮੈਂ ਦੱਸ ਹੀ ਦਿੱਤਾ ਤੁਹਾਨੂੰ, ਠੀਕ ਆ। ਫਿਰ ਇਹ ਕਹਿੰਦੇ ਆ ਦੇਸ਼ ਇਕੱਲਾ ਹੀ ਸੰਸਾਰ USA ਦੇਸ਼ ਇਕੱਲਾ ਹੀ ਸੰਸਾਰ ਦੀ ਲਗਭਗ 50% ਮੱਕੀ ਪੈਦਾ ਕਰਦਾ ਵਾ, ਠੀਕ ਆ। ਜਦੋਂ ਅਸੀਂ USA ਦੀ ਗੱਲ ਕਰਦੇ ਆ, USA ਇੱਕ ਐਦਾਂ ਦਾ ਦੇਸ਼ ਆ ਜਿਹੜਾ 50% ਮੱਕੀ ਪੈਦਾ ਕਰਦਾ ਵਾ ਇਕੱਲਾ ਹੀ। ਫਿਰ ਇਹ ਕਹਿੰਦੇ ਆ ਅਤੇ ਹੋਰ ਕਈ ਦੇਸ਼ਾਂ ਨੂੰ ਨਿਰਯਾਤ ਵੀ ਕਰਦਾ ਵਾ। ਨਿਰਯਾਤ ਦਾ ਮਤਲਬ ਕਿ ਇੱਥੋਂ ਜਿਹੜੀ ਮੱਕੀ ਆ ਉਹ ਕਈ ਦੇਸ਼ਾਂ ਤੱਕ ਭੇਜੀ ਜਾਂਦੀ ਆ। ਫਿਰ ਇਹ ਕਹਿੰਦੇ ਆ ਕਿ ਬ੍ਰਾਜ਼ੀਲ ਅਤੇ ਅਰਜਨਟੀਨਾ ਵੀ ਸੰਸਾਰ ਦੇ ਮੁੱਖ ਪੈਦਾ ਕਰਨ ਵਾਲੇ ਅਤੇ ਨਿਰਯਾਤ ਕਰਨ ਵਾਲੇ ਦੇਸ਼ ਹਨ। ਬ੍ਰਾਜ਼ੀਲ ਬਾਰੇ ਵੀ ਆਪਾਂ ਗੱਲ ਕਰ ਚੁੱਕੇ ਆ ਤੇ ਅਰਜਨਟੀਨਾ ਦੀ ਇੱਥੇ ਗੱਲ ਨਹੀਂ ਹੋਈ। ਅਰਜਨਟੀਨਾ ਵੀ ਇੱਥੇ ਤੁਸੀਂ ਨਾਲ ਐਡ ਕਰ ਲਿਓ, ਠੀਕ ਹੈ। ਉਸ ਤੋਂ ਬਾਅਦ ਇਹ ਕਹਿੰਦੇ ਆ USA ਦੀ ਕਾਰਨ ਪੇਟੀ ਸੰਸਾਰ ਭਰ ਵਿੱਚ ਪ੍ਰਸਿੱਧ ਹੈ ਜਿੱਥੇ ਸੂਰ, ਘੋੜੇ ਅਤੇ ਹੋਰ ਪਸ਼ੂ ਮੱਕੀ ਤੇ ਪਾਲੇ ਜਾਂਦੇ ਹਨ। ਕਾਰਨ ਪੇਟੀ, ਕਾਰਨ ਪੇਟੀ, ਕਾਰਨ ਪੇਟੀ ਇੱਕ ਨਾਮ ਆ USA ਦੇ ਵਿੱਚ। ਕਹਿੰਦੇ ਇੱਥੇ ਜਿਹੜੇ ਸੂਰ ਤੇ ਜਿਹੜੇ ਇੱਥੇ ਘੋੜੇ ਪਾਲੇ ਜਾਂਦੇ ਆ ਉਹ ਮੱਕੀ ਤੇ ਹੀ ਡਿਪੈਂਡ ਆ ਕਿਉਂਕਿ ਉਹ ਮੱਕੀ ਹੀ ਖਾਂਦੇ ਆ। USA ਦੇ ਵਿੱਚ ਕਾਰਨ ਪੇਟੀ ਨਾਮ ਦਾ ਜਿਹੜਾ ਇਲਾਕਾ ਵਾ ਉੱਥੇ ਸੂਰ ਤੇ ਘੋੜੇ ਤੇ ਕੁਝ ਹੋਰ ਪਸ਼ੂ ਜਿਹੜੇ ਪਾਲੇ ਜਾਂਦੇ ਆ ਉਹ ਸਿਰਫ ਤੇ ਸਿਰਫ ਮੱਕੀ ਤੇ ਡਿਪੈਂਡ ਆ ਕਿਉਂਕਿ ਉਹ ਮੱਕੀ ਹੀ ਖਾਂਦੇ ਆ, ਠੀਕ ਆ। ਫਿਰ ਕਹਿੰਦੇ ਭਾਰਤ ਦੇਸ਼ ਵੀ ਕਈ ਰਾਜਾਂ ਵਿੱਚ ਮੱਕੀ ਪੈਦਾ ਕੀਤੀ, ਭਾਰਤ ਦੇ ਵੀ ਕਈ ਰਾਜਾਂ ਵਿੱਚ ਮੱਕੀ ਪੈਦਾ ਕੀਤੀ ਜਾਂਦੀ ਹੈ। ਮੱਧ ਪ੍ਰਦੇਸ਼, ਅੱਛਾ ਇਹ ਨਾ ਤੁਹਾਨੂੰ ਲਿਸਟ ਭੇਜ ਦੂੰਗੀ, ਠੀਕ, ਕਿਉਂਕਿ ਇਹ ਡਾਟਾ ਜਿਹੜਾ ਵਾ ਤੁਹਾਨੂੰ ਪੜ੍ਹਨਾ ਹੀ ਪੈਣਾ, ਇਹਦੇ ਵਿੱਚ ਸਮਝਾਉਣ ਵਾਲੀ ਕੋਈ ਚੀਜ਼ ਨਹੀਂ ਹੈਗੀ, ਠੀਕ ਹੈ। ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਕਰਨਾਟਕ, ਰਾਜਸਥਾਨ ਪੂਰੇ ਭਾਰਤ ਦੇ ਵਿੱਚ 50% ਤੋਂ ਵੱਧ ਮੱਕੀ ਪੈਦਾ ਕਰਦੇ ਹਨ, ਠੀਕ ਆ। ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਕਰਨਾਟਕ, ਰਾਜਸਥਾਨ, ਇਹ ਤੁਸੀਂ ਨਾਮ ਯਾਦ ਰੱਖ ਲਓ। ਵੈਸੇ ਮੈਂ ਲਿਸਟ ਵੀ ਟੈਲੀਗ੍ਰਾਮ ਤੇ ਪਾ ਦੂੰਗੀ। ਫਿਰ ਇਹ ਕਹਿੰਦੇ ਆ ਉੱਤਰ ਪ੍ਰਦੇਸ਼, ਹਿਮਾਚਲ, ਜੰਮੂ ਕਸ਼ਮੀਰ, ਮਹਾਰਾਸ਼ਟਰ, ਗੁਜਰਾਤ, ਪੰਜਾਬ, ਹਾਂ ਇਹ ਉਹ ਡਾਟਾ ਵਾ ਸਾਰਾ, ਠੀਕ ਹੈ, ਜਿਹੜਾ ਕਿ ਤੁਹਾਨੂੰ ਜਿਹੜਾ ਵਾ ਲਿਸਟ ਦੇ ਵਿੱਚ ਮਿਲ ਜੂਗਾ। ਫਿਰ ਇਹ ਕਹਿੰਦੇ ਆ ਪੰਜਾਬ ਰਾਜ ਵਿੱਚ ਮੱਕੀ ਹੇਠਲਾ ਰਕਬਾ ਲਗਾਤਾਰ ਘਟ ਰਿਹਾ ਹੈ, ਇਸ ਦੀ ਜਗ੍ਹਾ ਹੋਰ ਫਸਲਾਂ ਲੈ ਰਹੀਆਂ ਹਨ। ਮੈਂ ਦੱਸਤਾ ਜਦੋਂ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੱਸੀ ਤੇ ਮੈਂ ਤੁਹਾਨੂੰ ਕੀ ਕਿਹਾ ਕਿ ਸਾਡੇ ਪੰਜਾਬ ਦੇ ਵਿੱਚ ਮੱਕੀ ਹੁਣ ਬਹੁਤ ਹੀ ਘੱਟ ਉਗਾਈ ਜਾਂਦੀ ਆ। ਪਤਾ ਨਹੀਂ ਕੀ ਕਾਰਨ ਆ। ਜਦੋਂ ਆਪਣੇ ਵੇਲੇ ਸੀ, ਜਦੋਂ ਆਪਣਾ ਬਚਪਨ ਚੱਲਦਾ ਪਿਆ ਸੀਗਾ, ਜਿਹੜੇ ਉਹਨਾਂ ਨੂੰ ਪਤਾ ਹੋਊਗਾ ਜਿਹੜੇ 25 ਤੋਂ ਲੈ ਕੇ 35 ਈਅਰ ਦੇ ਵਿੱਚ ਆਉਂਦੇ ਆ, ਮੇਰੀਆਂ ਕਲਾਸਾਂ ਦੇਖਦੇ ਆ, ਜਿਹੜੇ ਮਤਲਬ ਮੇਰੇ ਨਾਲ ਦੇ ਹੀ ਹੋਣਗੇ 25 ਤੋਂ 35 ਤੱਕ ਦੀ ਵਿੱਚ ਦੀ ਏਜ ਦੇ ਵਿੱਚ, ਉਹਨਾਂ ਨੂੰ ਪਤਾ ਹੋਊਗਾ ਕਿ ਸਾਡਾ ਜਦੋਂ ਬਚਪਨ ਚੱਲਦਾ ਪਿਆ ਸੀ, ਜਦੋਂ ਸਾਡੀ ਸਕੂਲਿੰਗ ਚੱਲਦੀ ਪਈ ਸੀ, ਉਦੋਂ ਮੱਕੀ ਜਿਹੜੀ ਆ ਬਹੁਤ ਹੀ ਜ਼ਿਆਦਾ ਪੈਦਾ ਕੀਤੀ ਜਾਂਦੀ ਸੀ। ਉਦੋਂ ਅਸੀਂ ਖੁਦ ਮੱਕੀ ਦੀ ਰਾਖੀ ਕਰਦੇ ਹੁੰਦੇ ਸੀ ਇਸ ਢੰਗ ਦੇ ਨਾਲ, ਠੀਕ ਹੈ। ਪਰ ਹੁਣ ਕਰੰਟ ਦੇ ਵਿੱਚ ਵੀ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਮੱਕੀ ਦੀ ਪੈਦਾਵਾਰ ਜਿਹੜੀ ਆ ਉਹ ਬਹੁਤ ਜ਼ਿਆਦਾ ਘਟ ਚੁੱਕੀ ਆ। ਸੋ ਆਪਾਂ ਜਾਣਦੇ ਆ ਅਗਲੀ ਫਸਲ ਤੇ। ਅਗਲੀ ਫਸਲ ਸਾਡੀ ਹੈਗੀ ਆ ਰੇਸ਼ੇਦਾਰ ਫਸਲਾਂ, ਠੀਕ ਹੈ। ਦੇਖੋ ਇਸ ਚੈਪਟਰ ਦੇ ਵਿੱਚ ਆਪਾਂ ਕਾਹਦੇ ਬਾਰੇ ਗੱਲ ਕਰ ਰਹੇ ਹਾਂ, ਆਪਾਂ ਕਰ ਰਹੇ ਹਾਂ ਫਸਲਾਂ ਦੇ ਬਾਰੇ, ਹਨਾ। ਫਸਲਾਂ ਦੇ ਬਾਰੇ ਜਦੋਂ ਆਪਾਂ ਕਰ ਰਹੇ ਹਾਂ ਤੇ ਸਾਨੂੰ ਫਸਲਾਂ ਦਾ ਪਹਿਲਾਂ ਪਤਾ ਹੋਣਾ ਚਾਹੀਦਾ ਵਾ। ਇੱਕ ਸਾਡੀਆਂ ਹੁੰਦੀਆਂ ਵਾ ਖਾਦ ਫਸਲਾਂ, ਠੀਕ ਹੈ, ਇੱਕ ਸਾਡੀਆਂ ਖਾਦ ਫਸਲਾਂ ਹੋ ਗਈਆਂ, ਇੱਕ ਸਾਡੀਆਂ ਹੁੰਦੀਆਂ ਵਾ ਰੇਸ਼ੇਦਾਰ ਫਸਲਾਂ। ਸਾਰੀਆਂ ਦੇ ਸਾਰੀਆਂ ਹੀ ਅਸੀਂ ਪੜ੍ਹਨੀਆਂ ਵਾ ਰੇਸ਼ੇਦਾਰ ਫਸਲਾਂ। ਫਿਰ ਉਸ ਤੋਂ ਬਾਅਦ ਸਾਡੀਆਂ ਆ ਜਾਂਦੀਆਂ ਵਾ ਪੇ ਫਸਲਾਂ, ਠੀਕ ਹੈ, ਪੇ ਫਸਲਾਂ, ਠੀਕ ਹੈ। ਜਦੋਂ ਅਸੀਂ ਖਾਦ ਫਸਲਾਂ ਦੀ ਗੱਲ ਕਰਦੇ ਹਾਂ, ਅਸੀਂ
ਚਾਵਲ ਬਾਰੇ ਪੜ੍ਹ ਚੁੱਕੇ ਹਾਂ। ਚਾਵਲ ਕੀ ਸੀ? ਖਾਦ ਫਸਲ ਸੀ। ਕਣਕ ਬਾਰੇ ਪੜ੍ਹ ਚੁੱਕੇ ਹਾਂ, ਖਾਦ ਫਸਲ ਸੀ। ਮੱਕੀ ਬਾਰੇ ਪੜ੍ਹ ਚੁੱਕੇ ਹਾਂ, ਖਾਦ ਫਸਲ ਸੀ। ਆ ਸੀ ਜਾਨੀ ਕਿ ਅਸੀਂ ਖਾਦ ਫਸਲਾਂ ਪੜ੍ਹ ਚੁੱਕੇ ਹਾਂ। ਠੀਕ ਆ। ਉਸ ਤੋਂ ਬਾਅਦ ਸਾਡੀਆਂ ਰੇਸ਼ੇਦਾਰ ਫਸਲਾਂ ਆਉਂਦੀਆਂ ਵਾ। ਸਾਡੀ ਕਪਾਹ ਹੋ ਗਈ, ਸਾਡੀ ਪਟਸਨ ਹੋ ਗਈ, ਇਹ ਸਾਡੀਆਂ ਜਿਹੜੀਆਂ ਵਾ ਰੇਸ਼ੇਦਾਰ ਫਸਲਾਂ ਵਾ। ਸੋ ਅਗਲੀ ਵੀਡੀਓ ਦੇ ਵਿੱਚ ਆਪਾਂ ਰੇਸ਼ੇਦਾਰ ਫਸਲਾਂ ਪੜਾਂਗੇ ਤੇ ਪੇ ਫਸਲਾਂ ਪੜਾਂਗੇ। ਜਦੋਂ ਅਸੀਂ ਪੇ ਫਸਲਾਂ ਦੀ ਗੱਲ ਕਰਦੇ ਹਾਂ, ਪੇ ਫਸਲਾਂ ਦੇ ਵਿੱਚ ਜਿਵੇਂ ਚਾਹ ਹੋ ਗਿਆ, ਕੌਫੀ ਹੋ ਗਈ, ਇਹ ਜਿਹੜੀਆਂ ਵਾ ਸਾਡੀਆਂ ਪੇ ਫਸਲਾਂ ਵਾ। ਠੀਕ ਆ। ਅਸੀਂ ਖਾਦ ਫਸਲਾਂ ਜਿਹੜੀਆਂ ਵਾ ਪੜ ਚੁੱਕੇ ਹਾਂ। ਅਗਲੀ ਵੀਡੀਓ ਦੇ ਵਿੱਚ ਅਸੀਂ ਰੇਸ਼ੇਦਾਰ ਫਸਲਾਂ ਤੇ ਪੇ ਫਸਲਾਂ ਜਿਹੜੀਆਂ ਵਾ ਇਕੱਠੀਆਂ ਹੀ ਪੜਾਂਗੇ। ਪਲੱਸ ਕੀ ਵੀ ਇੱਕ ਤਾਂ ਤੁਸੀਂ ਰਬੀ ਤੇ ਇੱਕ ਤੁਸੀਂ ਖਰੀਫ ਸ਼ਬਦ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ ਹੁੰਦੇ ਹੋ ਤੇ ਇਥੋਂ ਸਾਨੂੰ ਸਭ ਤੋਂ ਜ਼ਿਆਦਾ ਕੁਐਸਚਨ ਪੁੱਛੇ ਗਏ ਆ ਤੇ ਇਹ ਸਾਡੇ ਲਈ ਮੋਸਟ ਇੰਪੋਰਟੈਂਟ ਆ, ਕਿਉਂਕਿ ਰਬੀ ਦੇ ਵਿੱਚ ਕੋਈ ਇੱਕ ਫਸਲ ਨਹੀਂ ਆਉਂਦੀ, ਖਰੀਫ ਦੇ ਵਿੱਚ ਕੋਈ ਇੱਕ ਫਸਲ ਨਹੀਂ ਆਉਂਦੀ, ਕਿਉਂਕਿ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਕਿਹੜੀਆਂ ਰਬੀ ਦੀਆਂ ਫਸਲਾਂ ਵਾ, ਕਿਹੜੀਆਂ ਖਰੀਫ ਦੀਆਂ ਫਸਲਾਂ ਵਾ ਤੇ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਤੁਹਾਨੂੰ ਭੁਲੇਖਾ ਪੈਂਦਾ ਵਾ ਉਹ ਭੁਲੇਖਾ ਵੀ ਜਿਹੜਾ ਵਾ ਤੁਹਾਡਾ ਦੂਰ ਕੀਤਾ ਜਾਊਗਾ। ਤੇ ਇਹ ਜਿਹੜਾ ਸਿਸਟਮ ਆ ਨਾ, ਇਹ ਜਿਹੜਾ ਫਸਲਾਂ ਵਾਲਾ ਸਟਰਕਚਰ ਆ ਸਾਰਾ, ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ETT ਪੇਪਰ 1 ਵਾਲਿਆਂ ਲਈ ਵੀ EVS ਦੇ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਆ ਪੇਪਰ 2 ਵਾਲੇ ਆਪਣੇ ਲਈ ਤੇ ਇੰਪੋਰਟੈਂਟ ਹੈਗਾ ਹੀ ਹੈਗਾ ਵਾ। ਸੋ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ। ਉਹਦੇ ਵਿੱਚ ਆਪਾਂ ਰੇਸ਼ੇਦਾਰ ਫਸਲਾਂ, ਪੇ ਫਸਲਾਂ, ਰਬੀ ਦੀਆਂ ਫਸਲਾਂ, ਖਰੀਫ ਦੀਆਂ ਫਸਲਾਂ, ਭਾਰਤ ਦੀ ਕਿਹੜੀ ਕਿਹੜੀ ਸਟੇਟ ਕੀ ਪੈਦਾ ਕਰਦੀ ਆ, ਜਿਹੜੇ ਮੋਹਰਲੀਆਂ ਵਾ, ਠੀਕ ਹੈ, ਮਤਲਬ ਕਿ ਕਿਹੜੀ ਸਟੇਟ ਪਹਿਲੇ ਨੰਬਰ ਤੇ ਪੈਦਾ ਕਰਨ ਦੇ ਵਿੱਚ, ਕਿਹੜੀ ਫਸਲ ਦੇ ਵਿੱਚ ਅੱਗੇ ਆ, ਇਹ ਕਰਾਂਗੇ ਤੇ ਬਾਕੀ ਲਿਸਟ ਸਾਰੀ ਮੈਂ ਟੈਲੀਗ੍ਰਾਮ ਤੇ ਭੇਜ ਦੂੰਗੀ। ਸੋ ਟੈਲੀਗ੍ਰਾਮ ਜਰੂਰ ਜੁਆਇਨ ਕਰ ਲੈਣਾ ਵਾ, ਡਿਸਕ੍ਰਿਪਸ਼ਨ ਜਰੂਰ ਚੈੱਕ ਕਰਿਆ ਕਰੋ। ਇੱਕ ਬੱਚੇ ਨਾ ਜਿਹੜੇ ਕਨਫਿਊਜ਼ ਆ, ਕਿਸੇ ਨੂੰ ਟੈਲੀਗ੍ਰਾਮ ਦਾ ਲਿੰਕ ਨਹੀਂ ਪਤਾ ਲੱਗ ਰਿਹਾ ਤੇ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਵੀ ਕਿਹੜੀ ਚੀਜ਼ ਦੀ ਪਲੇਲਿਸਟ ਬਣੀ, ਕਿਹੜੀ ਨਹੀਂ ਬਣੀ, ਕਿਹੜੀ ਵੀਡੀਓ ਕਿੱਥੇ ਪਈ ਆ। ਸੋ ਮੇਰੀ ਕਿਸੇ ਵੀ ਵੀਡੀਓ ਦਾ ਤੁਸੀਂ ਡਿਸਕ੍ਰਿਪਸ਼ਨ ਚੈੱਕ ਕਰ ਲਓ, ਐਸੇ ਵੀਡੀਓ ਦਾ ਡਿਸਕ੍ਰਿਪਸ਼ਨ ਚੈੱਕ ਕਰ ਲਓ। ਇਹਦੇ ਵਿੱਚ ਤੁਹਾਨੂੰ ਮੇਰੇ ਟੈਲੀਗ੍ਰਾਮ ਦਾ ਲਿੰਕ ਵੀ ਮਿਲ ਜੂਗਾ, ਇਹਦੇ ਵਿੱਚ ਹੀ ਤੁਹਾਨੂੰ ਮੇਰੀ ਇੰਸਟਾ ID ਵੀ ਮਿਲ ਜੂਗੀ ਤੇ ਇਹਦੇ ਵਿੱਚ ਹੀ ਤੁਹਾਨੂੰ ਸਾਰੀਆਂ ਦਾ ਸਾਰੀਆਂ ਪਲੇਲਿਸਟਾਂ ਦੇ ਲਿੰਕ ਵੀ ਮਿਲ ਜਾਣਗੇ। ਡਿਸਕ੍ਰਿਪਸ਼ਨ ਜਰੂਰ ਚੈੱਕ ਕਰਨਾ, ਠੀਕ ਆ। ਸੋ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਜਿਹਦੇ ਵਿੱਚ ਆਪਾਂ ਅਗਲੇ ਆਹ ਵਾਲੇ ਟੌਪਿਕ ਕਰਨੇ ਆ। ਸੋ ਕਲਾਸ ਵਧੀਆ ਲੱਗੇ ਤੇ ਸ਼ੇਅਰ ਜਰੂਰ ਕਰ ਦਿਓ। ਮੈਂ ਇੱਕ ਵਾਰੀ ਤੁਹਾਨੂੰ ਫੇਰ ਦੱਸਦਾ ਕਿ ਆਪਾਂ ਕਿਸੇ ਇੱਕ ਬੁੱਕ ਨੂੰ ਫੋਲੋ ਨਹੀਂ ਕਰ ਰਹੇ, ਆਪਾਂ NCERT ਤੇ SCERT ਜਿਹੜਾ ਵਾ ਦੋਨਾਂ ਨੂੰ ਹੀ ਮੈਂ ਜਿਹੜਾ ਫੋਲੋ ਕਰ ਰਹੀ ਹਾਂ ਤੇ ਦੋਨਾਂ ਬੁੱਕਸ ਤੋਂ ਅਨੈਲਿਸਿਸ ਕਰਕੇ ਜਿਹੜਾ ਵਾ ਤੁਹਾਨੂੰ ਕਰਵਾਇਆ ਜਾ ਰਿਹਾ ਵਾ। ਸੋ ਸਾਰਿਆਂ ਦਾ ਹੀ ਫਾਇਦਾ ਹੋ ਸਕੇ, ਕਲਾਸ ਨੂੰ ਦੱਬ ਕੇ ਕਰ ਦੇਣਾ ਸ਼ੇਅਰ। ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।